ਮਾਈਂਡ ਐਂਡ ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ, ਲੱਖਾਂ ਹੀ ਦਰਸ਼ਕਾਂ ਨੂੰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਅੱਜ ਜਿਹੜਾ ਆਪਾਂ ਟੌਪਿਕ ਲੈ ਰਹੇ ਹਾਂ ਉਹ ਹੈ ਡੈਥ ਦੇ ਉੱਤੇ, ਜਿਹਨੂੰ ਪੰਜਾਬੀ 'ਚ ਮੌਤ ਕਹਿ ਦਿੰਦੇ ਨੇ ਅਤੇ ਉਰਦੂ ਵਿੱਚ ਅਸੀਂ ਉਹਨੂੰ ਫੌਤ ਕਹਿੰਦੇ ਹਾਂ। ਇਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਮੌਤ ਕਹਿੰਦੇ ਕਿਹਨੂੰ ਨੇ, ਵਾਟ ਇਜ਼ ਡੈਥ। ਜਿਹੜੀ ਡੈਥ ਹੈ ਇੱਕ ਤਾਂ ਫਿਜ਼ੀਕਲ ਹੁੰਦੀ ਹੈ, ਇੱਕ ਹੁੰਦੀ ਹੈ ਸਪਿਰਿਚੁਅਲ, ਕਿ ਵਾਟ ਇਜ਼ ਦ ਡਿਫਰੈਂਸ ਬਿਟਵੀਨ ਫਿਜ਼ੀਕਲ ਡੈਥ ਐਂਡ ਸਪਿਰਿਚੁਅਲ ਡੈਥ। ਅਤੇ ਫਿਰ ਆਪਾਂ ਇਹ ਵੀ ਗੱਲ ਕਰਾਂਗੇ ਵੀ ਕੋਈ ਇਹੋ ਜਿਹਾ ਤਰੀਕਾ ਹੈ, ਇਜ਼ ਦੇਅਰ ਐਨੀ ਵੇ ਵੀ ਕੈਨ ਚੇਂਜ ਔਰ ਅਵੋਇਡ ਡੈਥ, ਕਿ ਮੌਤ ਤੋਂ ਬਚਿਆ ਜਾ ਸਕੇ। ਇਸ ਪਤਾ ਸਾਰਿਆਂ ਨੂੰ ਹੀ ਹੈ, ਪਰ ਆਪਾਂ ਇਹਨੂੰ ਫਿਰ ਵੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਟੌਪਿਕ ਨੂੰ ਕਿ ਮੌਤ ਕਿਹਨੂੰ ਕਹਿੰਦੇ ਨੇ, ਫਿਜ਼ੀਕਲ ਡੈਥ ਅਤੇ ਸਪਿਰਿਚੁਅਲ ਡੈਥ ਦੇ ਵਿੱਚ ਕੀ ਫ਼ਰਕ ਹੈ, ਕੀ ਮੌਤ ਤੋਂ ਬਚਿਆ ਜਾ ਸਕਦਾ ਹੈ, ਇਸ ਤਰ੍ਹਾਂ ਦੇ ਸਵਾਲ ਨੇ। ਸੋ ਇੱਕ ਕੀ ਮੌਤ ਨੂੰ ਚੇਂਜ ਕੀਤਾ ਜਾ ਸਕਦਾ ਟਾਈਮ, ਇਹ ਵੀ ਗੱਲਬਾਤ ਹੈ, ਛੋਟੀ ਛੋਟੀਆਂ ਟੌਪਿਕ ਨੇ, ਇਹਦੇ ਉੱਤੇ ਆਪਾਂ ਗੱਲ ਕਰਾਂਗੇ। ਸੋ ਪਹਿਲਾ ਜਿਹੜੀ ਗੱਲ ਅਸੀਂ ਕਰਨੀ ਹੈ ਜਾਂ ਪਹਿਲਾ ਜਿਹੜਾ ਟੌਪਿਕ ਹੈ ਉਹ ਹੈਗਾ ਵਾਟ ਇਜ਼ ਡੈਥ, ਮੌਤ ਜਾਂ ਫੌਤ ਕਹਿੰਦੇ ਕਿਹਨੂੰ ਨੇ। ਦੇਖੋ ਬੜਾ ਸਿੰਪਲ ਤਰੀਕਾ, ਸਿੰਪਲ ਤਰੀਕੇ ਨਾਲ ਸਮਝਣਾ ਹੋਵੇ ਕਿ ਡੈਥ ਇਜ਼ ਡਿਫਾਈਨ ਐਜ਼ ਐਨ ਐਕਟ ਆਫ ਪਾਸਿੰਗ ਅਵੇ, ਕਿ ਇੱਕ ਚੀਜ਼ ਇੱਕ ਸਿਰੇ ਤੋਂ ਜਾ ਕੇ ਜੋ ਦੂਜੇ ਸਿਰੇ ਚਲੀ ਜਾਂਦੀ ਹੈ। ਇਹਦਾ ਮਤਲਬ ਕੀ ਹੈ ਕਿ ਜਦੋਂ ਸਾਡੇ ਸਰੀਰ 'ਚੋਂ ਇੱਕ ਚੀਜ਼ ਨਿਕਲ ਕੇ ਕਿਤੇ ਹੋਰ ਚਲੀ ਜਾਵੇ ਉਸ ਨੂੰ ਡੈਥ ਕਹਿੰਦੇ ਨੇ, ਦ ਐਂਡ ਆਫ ਲਾਈਫ। ਜਦੋਂ ਸਾਡੀ ਜਿਹੜੀ ਜ਼ਿੰਦਗੀ ਹੈ, ਜਦੋਂ ਅਸੀਂ ਬੋਲਦੇ ਹਾਂ, ਚੱਲਦੇ ਹਾਂ, ਉੱਠਦੇ ਹਾਂ, ਬੈਠਦੇ ਹਾਂ, ਹੱਥ ਹਿਲਾਉਂਦੇ ਹਾਂ, ਸਾਹ ਆਉਂਦਾ, ਜਦੋਂ ਉਹ ਖਤਮ ਹੋ ਜਾਂਦਾ, ਸਾਡੀ ਲਾਈਫ ਖਤਮ ਹੋ ਜਾਂਦੀ ਹੈ, ਇਹਦਾ ਮਤਲਬ ਵੀ ਆਰ ਡੈਡ। ਵੈਨ ਏ ਪਰਸਨ ਟੇਕ ਲਾਸਟ ਬ੍ਰੈਥ, ਜਦੋਂ ਅਖੀਰਲਾ ਸਾਹ ਆਉਂਦਾ ਨਾ, ਇਟ ਮੀਨਸ ਵੀ ਆਰ ਡੈਡ। ਇਹਦਾ ਕੀ ਨਿਸ਼ਾਨੀ ਹੈ, ਵੈਨ ਆਵਰ ਹਾਰਟ ਐਂਡ ਬ੍ਰੇਨ ਸਟਾਪ ਫੰਕਸ਼ਨਿੰਗ। ਹਾਰਟ ਹੈ ਜਿਹੜਾ ਸਾਡਾ ਦਿਲ ਹੈ, ਅਤੇ ਬ੍ਰੇਨ ਹੈ ਜਿਹੜਾ ਦਿਮਾਗ ਹੈ, ਵੈਨ ਇਟ ਸਟਾਪ ਫੰਕਸ਼ਨਿੰਗ ਵਰਕਿੰਗ, ਇਟ ਮੀਨਸ ਵੀ ਆਰ ਡੈਡ। ਸੋ ਮੌਤ ਪ੍ਰੈਕਟੀਕਲ ਇਹਨੂੰ ਕਹਿੰਦੇ ਨੇ। ਜੇ ਅਸੀਂ ਮੈਡੀਕਲ ਟਰਮ ਦੇ ਵਿੱਚ ਦੇਖਣਾ ਹੋਵੇ ਕਿ ਜਿਹੜਾ ਬੰਦਾ, ਦੇਖੋ ਜੇ ਤਾਂ ਹੋ ਗਿਆ ਐਕਸੀਡੈਂਟ, ਫਿਰ ਤਾਂ ਇੱਕਦਮ ਜਿਹੜੀ ਆਤਮਾ ਸਰੀਰ 'ਚੋਂ ਨਿਕਲ ਗਈ, ਪਰ ਜਦੋਂ ਸਾਡੀ ਆਤਮਾ ਹੌਲੀ ਹੌਲੀ ਨਿਕਲ ਜਾ, ਕੋਈ ਬਿਮਾਰ ਹੁੰਦੇ ਹਾਂ, ਅਸੀਂ ਹਸਪਤਾਲ 'ਚ ਜਾਂਦੇ ਹਾਂ, ਉਹਦੀਆਂ ਕੀ ਨਿਸ਼ਾਨੀਆਂ ਨੇ ਸਾਡੇ ਸਰੀਰ ਦੇ ਵਿੱਚ। ਨਿਸ਼ਾਨੀਆਂ ਤਾਂ ਬਹੁਤ ਨੇ, ਪਰ ਮੋਟੀਆਂ ਜਿਹੜੀ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਆਪਾਂ ਗੱਲ ਕਰੀਏ, ਪਹਿਲੀ ਗੱਲ ਇਹ ਹੈ ਕਿ ਜਿਹੜਾ ਬੰਦਾ ਮੌਤ ਦੇ ਕਿਨਾਰੇ ਹੁੰਦਾ ਨਾ, ਉਹਨੂੰ ਭੁੱਖ ਲੱਗਣੀ ਘਟ ਜਾਂਦੀ ਹੈ, ਡਿਕਰੀਜ਼ਿੰਗ ਐਪੀਟਾਈਟ, ਉਹਨੂੰ ਭੁੱਖ ਨਹੀਂ ਲੱਗਦੀ। ਕਈ ਵਾਰ ਇੱਕ ਦਿਨ ਦੋ ਦਿਨ ਉਹ ਕੁਝ ਖਾਂਦਾ ਹੀ ਨਹੀਂ, ਨਾ ਉਹਨੂੰ ਪਾਣੀ ਦੀ ਪਿਆਸ ਲੱਗਦੀ। ਪਰ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਬੰਦਾ ਹੁਣ ਸਰੀਰ ਦੇ ਵਿੱਚ ਉਹਦੀ ਆਤਮਾ ਨਿਕਲਣ ਵਾਲੀ ਹੈ ਜਾਂ ਉਹ ਮੌਤ ਦੀ ਤਿਆਰੀ ਵਿੱਚ ਹੈ। ਦੂਜਾ, ਹਰ ਵਕਤ ਸੁੱਤਾ ਰਹਿੰਦਾ, ਉਹਨੂੰ ਕੋਈ ਹੋਸ਼ ਹੀ ਨਹੀਂ ਹੁੰਦੀ। ਜਦੋਂ ਦੇਖੋ ਕਦੇ ਅੱਖ ਪੱਟ ਲਾਂਦਾ, ਕਈ ਵਾਰੀ ਨਹੀਂ ਪੜਦਾ, ਦੋ ਤਿੰਨ ਦਿਨ ਆਪਾਂ ਨੂੰ, ਕਈ ਵਾਰੀ ਜਦੋਂ ਆਪਾਂ ਮਿਲਣ ਜਾਂਦੇ ਹਾਂ ਹੌਸਪੀਟਲ ਦੇ ਵਿੱਚ ਪੇਸ਼ੈਂਟ ਨੂੰ, ਤਾਂ ਆਪਾਂ ਕਹਿੰਦੇ ਹਾਂ ਵੀ ਸਵੇਰ ਦੀ ਅੱਖ ਹੀ ਨਹੀਂ ਖੋਲੀ, ਉਹਨੂੰ ਕੰਨ 'ਚ ਬੋਲਦੇ ਵੀ ਆ ਤਾਂ ਵੀ ਨਹੀਂ ਉਹ ਸੁਰਤ ਹੁੰਦੀ ਉਹਨੂੰ ਕੋਈ। ਇਟ ਮੀਨ ਦੂਸਰੀ ਨਿਸ਼ਾਨੀ ਹੁੰਦੀ ਹੈ ਸਲੀਪਿੰਗ ਮੋਰ। ਤੀਜੀ ਨਿਸ਼ਾਨੀ ਹੁੰਦੀ ਹੈ ਕਿ ਉਹਦਾ ਬਲੱਡ ਪ੍ਰੈਸ਼ਰ ਹੈ ਨਾ, ਉਹ ਘਟਣਾ ਸ਼ੁਰੂ ਹੋ ਜਾਂਦਾ, ਥੱਲੇ ਨੂੰ ਡਿੱਗਣਾ ਸ਼ੁਰੂ ਹੋ ਜਾਂਦਾ। ਫਿਰ ਉਹਦੀ ਜਿਹੜੀ ਪਲਸ ਹੈ, ਜਦੋਂ ਆਪਾਂ ਹੱਥ ਲਾ ਕੇ ਦੇਖਦੇ ਹਾਂ, ਪਲਸ ਵੀ ਥੱਲੇ ਨੂੰ ਡਿੱਗਣੀ ਸ਼ੁਰੂ ਹੋ ਜਾਂਦੀ ਹੈ। ਫਿਰ ਉਹਦੀ ਜਿਹੜੀ ਚਮੜੀ ਹੈ, ਸਕਿਨ ਹੈ, ਚਾਹੇ ਤੁਸੀਂ ਪੈਰ ਨੂੰ ਹੱਥ ਲਾਓ ਜਾਂ ਲੱਤਾਂ ਨੂੰ ਲਾਓ ਜਾਂ ਦਿਲ ਨੂੰ ਲਾਓ ਜਾਂ ਛਾਤੀ ਨੂੰ ਲਾਓ, ਉਹ ਠੰਡੀ ਹੋਣੀ ਸ਼ੁਰੂ ਹੋ ਜਾਂਦੀ ਹੈ। ਫਿਰ ਉਹਦਾ ਸਾਹ ਵੀ ਨਹੀਂ ਆਉਂਦਾ, ਕਦੇ 2 ਮਿੰਟ ਬਾਅਦ ਆਉਂਦਾ, ਕਦੇ 1 ਮਿੰਟ ਬਾਅਦ ਆਉਂਦਾ, ਕਦੇ 10 ਮਿੰਟ ਬਾਅਦ ਆਉਂਦਾ। ਜਿੰਨਾ ਉਹਦਾ ਗੈਪ ਪਈ ਜਾਂਦਾ, ਇਹਦਾ ਮਤਲਬ ਉਹ ਮੌਤ ਦੇ ਉਨਾ ਜ਼ਿਆਦਾ ਨੇੜੇ ਹੋ ਰਿਹਾ। ਅਤੇ ਜਿਹੜੀਆਂ ਸਾਡੀਆਂ ਅੱਖਾਂ ਨੇ, ਇਹ ਵੀ ਬੰਦ ਜਿਹੀਆਂ ਹੋ ਜਾਂਦੀਆਂ, ਥੋੜ੍ਹੀਆਂ ਖੁੱਲ੍ਹੀਆਂ, ਜਿੱਥੇ ਡਿੱਗੀਆਂ ਅੱਖ ਚੱਕ ਹੀ ਨਹੀਂ ਸਕਦਾ, ਅਸੀਂ ਐਂ ਚੱਕ ਹੀ ਨਹੀਂ ਸਕਦੇ, ਉੱਥੇ ਜੇ ਹੋ ਜਾਂਦੀਆਂ ਅੱਖਾਂ, ਇਹਦਾ ਮਤਲਬ ਇਹ ਵੀ ਨਿਸ਼ਾਨੀ ਹੈ ਕਿ ਅਸੀਂ ਮੌਤ ਦੇ ਕਿਨਾਰੇ ਹਾਂ। ਸੋ ਇਹ ਕੁਛ ਬੇਸਿਕ ਜਿਹੜੀਆਂ ਨੇ ਇਹ ਨਿਸ਼ਾਨੀਆਂ ਨੇ, ਸਾਈਨਸ ਨੇ ਕਿ ਬੰਦਾ ਮੌਤ ਦੇ ਕਿਨਾਰੇ ਖੜ੍ਹਾ, ਮੌਤ ਜਿਹੜੀ ਆਤਮਾ ਕਿਸੇ ਵੀ ਸਮੇਂ ਸਰੀਰ 'ਚੋਂ ਨਿਕਲ ਜਾਊਗੀ। ਗੱਲ ਉਹੀ ਹੈ ਕਿ ਜਦੋਂ ਸਾਡੀ ਰੂਹ, ਸਾਡੀ ਆਤਮਾ ਸਰੀਰ ਨੂੰ ਖਾਲੀ ਕਰ ਦਿੰਦੀ ਹੈ ਤਾਂ ਸਮਝੋ ਸਾਡੀ ਮੌਤ ਹੋ ਗਈ। ਸਾਡਾ ਜਿਹੜਾ ਸਰੀਰ ਹੈ 30 ਕਿਲੋ ਦਾ, 40 ਕਿਲੋ ਦਾ, 50 ਕਿਲੋ ਦਾ, 60 ਕਿਲੋ ਦਾ, ਜੋ ਬਾਲ ਨੇ ਚਿੱਟੇ ਨੇ, ਕਾਲੇ ਨੇ, ਉਹ ਮਿੱਟੀ ਬਣ ਜਾਂਦੇ ਨੇ, ਉਹਦੀ ਕੋਈ ਵੈਲਿਊ ਨਹੀਂ। ਕਿਉਂਕਿ ਜੇ ਸਰੀਰ ਦੀ ਵੈਲਿਊ ਹੁੰਦੀ ਤਾਂ ਕੋਈ ਵੀ ਬੰਦਾ ਉਹਨੂੰ ਦਫਨਾਉਂਦਾ ਨਾ, ਕੋਈ ਵੀ ਬੰਦਾ ਉਹਨੂੰ ਫੂਕਦਾ ਨਾ, ਕਿਉਂਕਿ ਉਹ ਸਰੀਰ ਦੇ ਵਿੱਚ ਇੱਕ ਖਿਡੌਣਾ ਹੈ। ਉਹ ਜਿਹੜੀ ਤਾਕਤ ਹੈ, ਉਹ ਜਿਹੜੀ ਐਨਰਜੀ ਹੈ, ਉਹ ਜਦੋਂ ਨਿਕਲ ਜਾਂਦੀ ਹੈ ਨਾ, ਪਰ ਸਰੀਰ ਦੀ ਵੈਲਿਊ ਜਿਹੜੀ ਹੈ ਨਾ, 1 ਪੈਸੇ ਦੀ ਨਹੀਂ। ਸਾਡੇ ਸਰੀਰ ਦੀ ਵੈਲਿਊ ਓਨਾ ਚਿਰ ਤੱਕ ਹੈ ਜਿੰਨਾ ਚਿਰ ਤੱਕ ਸਾਡੇ ਸਰੀਰ ਦੇ ਵਿੱਚ ਆਤਮਾ ਹੈ, ਅਤੇ ਜਦੋਂ ਆਤਮਾ ਨਿਕਲ ਗਈ ਤਾਂ ਇਹ ਬਣ ਗਿਆ ਮਿੱਟੀ, ਅਤੇ ਸਾਡੇ ਸਰੀਰ ਦੀ ਹੋ ਗਈ ਮੌਤ। ਦੇਖੋ ਜੇ ਆਪਾਂ ਗੁਰੂ ਗ੍ਰੰਥ ਸਾਹਿਬ
ਦਾ ਜਿਹੜਾ ਪੇਜ ਹੈ 660 ਦੇ ਉੱਪਰ ਗੁਰੂ ਸਾਹਿਬ ਨੇ ਕਿੰਨਾ ਸੋਹਣਾ ਮੌਤ ਦੇ ਬਾਰੇ ਲਿਖਿਆ ਕਿ ਵੀ ਆਰ ਹਿਊਮਨ ਬੀਇੰਗ ਆਫ ए ਸਿੰਗਲ ਬ੍ਰੈਥ। ਇੱਕ ਸਾਹ ਆਉਣਾ, ਇੱਕ ਸਾਹ ਆ ਗਿਆ ਠੀਕ ਹੈ, ਨਾ ਆਇਆ ਖਤਮ। ਵੀ ਆਰ ए ਹਿਊਮਨ ਬੀਇੰਗ ਆਫ ए ਸਿੰਗਲ ਬ੍ਰੈਥ, ਵੀ ਡੋਂਟ ਨੋ ਅਬਾਊਟ ਡੈਥ ਟਾਈਮ। ਕਿਸੇ ਨੂੰ ਨਹੀਂ ਪਤਾ ਕਿ ਮੌਤ ਕਦੋਂ ਆਉਣੀ ਹੈ। ਪਰ ਇਹਦਾ ਮਤਲਬ ਮੈਂ ਥੋੜ੍ਹੀ ਜਿਹੀ ਇੱਥੇ ਡਿਫਰੈਂਸ਼ੀਏਟ ਕਰ ਦਿੰਦਾ। ਇਹਦਾ ਮਤਲਬ ਇਹ ਨਹੀਂ ਕਿ 100% ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਮੌਤ ਕਦੋਂ ਆਉਣੀ ਹੈ। ਇਹ ਮੈਂ ਮੰਨਦਾ ਕਿ ਮੈਜੋਰਟੀ ਈਵਨ 99.9 ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਮੌਤ ਕਦੋਂ ਆਉਣੀ ਹੈ। ਪਰ ਜਿਹੜੇ ਲੋਕ ਅੰਦਰ ਵੜਦੇ ਨੇ, ਅੰਦਰਲਾ ਪਰਦਾ ਖੋਲ ਲੈਂਦੇ ਨੇ, ਥਰਡ ਆਈ ਤੇ ਚਲੇ ਜਾਂਦੇ ਨੇ, ਅੰਦਰ ਡਿਵਾਈਨ ਮੈਲੋਡੀ ਐਂਡ ਡਿਵਾਈਨ ਲਾਈਟ ਦੇ ਦਰਸ਼ਨ ਕਰਦੇ ਨੇ, ਉਹਨਾਂ ਨੂੰ ਐਗਜ਼ੈਕਟ ਪਤਾ ਹੁੰਦਾ ਹੈ ਕਿ ਮੌਤ ਕਦੋਂ ਆਉਣੀ। ਉਹ ਕਈ ਦਿਨ ਕਈ ਮਹੀਨਾ ਵੀ ਪਹਿਲਾਂ ਦੱਸ ਦਿੰਦੇ ਨੇ। ਉਹ ਫਿਕਸ ਹੁੰਦੇ ਨੇ। ਉਹ ਜਿਹੜੇ ਬੰਦੇ ਨੇ ਨਾ, ਉਹ ਜਿਹੜੇ ਅਸਲੀ ਬੰਦੇ ਨੇ ਜਿਹੜੇ ਦੱਸਦੇ ਨੇ ਉਸੇ ਹਿਸਾਬ ਨਾਲ। ਇਹ ਨਹੀਂ ਹੈ ਵੀ ਉਹ ਢੰਡੋਰਾ ਪਿੱਟਦੇ ਨੇ, ਢੰਡੋਰਾ ਨਹੀਂ ਪਿੱਟਦੇ, ਪਰ ਉਹ ਕਿਸੇ ਖਾਸ ਬੰਦੇ ਨੂੰ ਦੱਸ ਦਿੰਦੇ ਨੇ ਵੀ ਮੈਂ ਤਾਂ ਇਸ ਦਿਨ ਇੰਨੇ ਵਜ ਕੇ ਇੰਨੇ ਮਿੰਟ ਤੇ ਜਾਊਂਗਾ। ਤੇ ਉਹ ਜਦੋਂ ਜਾਂਦਾ ਟਾਈਮ ਨੇੜੇ ਵੀ ਹੁੰਦਾ, ਉਹਨੂੰ ਤਾਂ ਜਿਵੇਂ ਆਪਣਾ ਵਿਆਹ ਦੀ ਖੁਸ਼ੀ ਹੁੰਦੀ ਹੈ ਨਾ, ਆਪਾਂ ਡਾਂਸ ਕਰਦੇ ਹਾਂ, ਇੰਨੀ ਖੁਸ਼ੀ ਹੁੰਦੀ ਹੈ, ਕਿਉਂਕਿ ਉਹਨੂੰ ਪਤਾ ਕਿ ਮੈਂ ਬੈਟਰ ਥਾਂ ਤੇ ਜਾ ਰਿਹਾ, ਇਸ ਸਰੀਰ ਨੂੰ ਛੱਡ ਕੇ ਮੈਂ ਉੱਥੇ ਜਾ ਰਿਹਾ ਜਿੱਥੋਂ ਇਹ ਆਤਮਾ ਆਈ ਸੀ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਗੁਰਬਾਣੀ 'ਚ ਕਿਹਾ ਹਮ ਆਦਮੀ ਹੈ ਇੱਕਦਮੀ ਮੁਹਲਤ ਮਰਤ ਨਾ ਜਾਣੇ, ਕਿ ਇੱਕ ਯੂਨੀਵਰਸਲ ਸੱਚਾਈ ਹੈ ਕਿ ਜਿਹੜਾ ਵੀ ਇਸ ਦੁਨੀਆ ਦੇ ਵਿੱਚ ਪੈਦਾ ਹੋਇਆ ਨਾ, ਉਹਦਾ ਅੰਤ, ਉਹਦੀ ਮੌਤ ਅਵਸ਼ ਹੈ। ਗੀਤਾ ਹਿੰਦੂ ਭਰਾਵਾਂ ਦੀ ਇੱਕ ਹੋਲੀ ਬੁੱਕ ਹੈ, ਉਹਦੇ ਚੈਪਟਰ 8 ਦੇ ਵਿੱਚ ਬੜਾ ਸਾਫ਼ ਲਾਰਡ ਕ੍ਰਿਸ਼ਨ ਨੇ ਲਿਖਿਆ ਹੈ ਕਿ ਐਵਰੀਵਨ ਹੂ ਇਜ਼ ਬੋਰਨ ਵਿਲ ਡਾਈ ਵਨ ਡੇ। ਜਿਹੜਾ ਵੀ ਪੈਦਾ ਹੋਇਆ ਨਾ ਵਿਲ ਡਾਈ ਵਨ ਡੇ, ਉਹਨੇ ਇੱਕ ਦਿਨ ਜ਼ਰੂਰ ਮਰਨਾ ਹੀ ਮਰਨਾ। ਕੁਰਾਨ ਸ਼ਰੀਫ ਇਸਲਾਮਿਕ ਬੁੱਕ ਹੈ, ਹੋਲੀ ਬੁੱਕ, ਉਹਦੇ ਵਿੱਚ ਡਿਫਰੈਂਟ ਢੰਗ ਨਾਲ ਕਿਹਾ ਗਿਆ, ਗੱਲ ਇੱਕੋ ਹੀ ਹੈ ਕਿ ਸ਼ੋਰਲੀ ਵੀ ਬਿਲੋਂਗ ਟੂ ਅੱਲਾ ਐਂਡ ਟੂ ਹਿਮ ਸ਼ੈਲ ਵੀ ਰਿਟਰਨ, ਕਿ ਅੱਲਾ ਨੂੰ ਅਸੀਂ ਬਿਲੋਂਗ ਕਰਦੇ ਹਾਂ, ਅੱਲਾ ਦੀ ਤੋਂ ਆਏ ਹਾਂ ਅਸੀਂ, ਉਹ ਰੂਹਾਨੀ ਤਾਕਤ ਤੋਂ ਆਏ ਹਾਂ, ਤੇ ਵਾਪਸ ਜਾ ਕੇ ਅਸੀਂ ਉਸ ਅੱਲਾ ਦੇ ਕੋਲ ਹੀ ਮਿਲ ਜਾਣਾ ਹੈ। ਇੱਕ ਵਾਰ ਕਿਸੇ ਨੇ ਮਹਾਤਮਾ ਬੁੱਧ ਜਿਹੜੇ ਹੋਏ ਨੇ ਉੱਚ ਕੋਟੀ ਦੇ ਸੰਤ, ਬੁੱਧਿਜ਼ਮ ਦੇ ਫਾਊਂਡਰ ਸੀਗੇ, ਉਹ ਆਪਣੇ ਚੇਲਿਆਂ ਦੇ ਵਿੱਚ ਬੈਠੇ ਸੀਗੇ ਤੇ ਕਿਸੇ ਚੇਲੇ ਨੇ ਸਵਾਲ ਕੀਤਾ ਮਹਾਤਮਾ ਬੁੱਧ ਨੂੰ ਕਿ ਮਹਾਤਮਾ ਜੀ ਤੁਸੀਂ ਤਾਂ ਇੰਨੇ ਗੁਣੀ ਗਿਆਨੀ ਹੋ, ਪਹੁੰਚੇ ਹੋ ਉੱਚ ਕੋਟੀ ਦੇ ਮਹਾਤਮਾ ਹੋ, ਤੁਸੀਂ ਤਾਂ ਸਾਨੂੰ ਦੱਸੋ ਵੀ ਅਜਿਹਾ ਕੋਈ ਹੱਲ ਹੀ ਨਹੀਂ, ਅਜਿਹਾ ਕੋਈ ਢੰਗ ਨਹੀਂ, ਕੋਈ ਤਾਂ ਢੰਗ ਹੋਊਗਾ ਕਿ ਅਸੀਂ ਮੌਤ ਤੋਂ ਬਚ ਸਕੀਏ। ਮੌਤ ਤੋਂ ਹਰ ਡਰਦਾ ਬੰਦਾ ਕਹਿੰਦੇ ਆ ਵੀ ਚੱਕ ਲੈ ਰੱਬਾ, ਚੱਕ ਲੈ ਰੱਬਾ। ਜੋ ਚੱਕਣ ਦਾ ਰੱਬ ਜਮਦੂਤ ਖੜੇ ਹੁੰਦੇ ਨੇ, ਫਿਰ ਚੀਕਾਂ ਮਾਰਦੇ ਆ, ਫਿਰ ਇਹ ਵੀ ਨਹੀਂ ਦੇਖਦੇ ਵੀ ਮੇਰਾ ਮਾਂ ਹੈ ਜਾਂ ਪਿਓ ਹੈ ਜਾਂ ਪੁੱਤ ਹੈ। ਆਪਾਂ ਮਾਂ ਕਹਿ ਦਿੰਦੀ ਹੈ ਬਈ ਮੈਂ ਤਾਂ ਬੁੱਢੀ ਹੋ ਗਈ, ਮੈਂ ਤਾਂ ਸਾਰਾ ਜ਼ਿੰਦਗੀ ਦੇਖ ਲਿਆ, ਮੇਰੇ ਮੁੰਡੇ ਨੂੰ ਨਾ ਲਿਜਾਈ। ਜੇ ਜਮਦੂਤ ਸੱਚੀਓ ਆਇਆ ਕਹਿੰਦਾ ਨਹੀਂ ਮੈਂ ਕੋਈ ਨਹੀਂ, ਹੁਣ ਤੂੰ ਨਹੀਂ ਲੈ ਜਾ। ਇਹ ਮੌਤ ਜਿਹੜੀ ਪ੍ਰੈਕਟੀਕਲ ਹੈ ਨਾ, ਹਰੇਕ ਬੰਦਾ ਉਹ ਤੋਂ ਬੜਾ ਖੌਫਨਾਕ ਹੈ, ਡਰਦਾ ਹੈ। ਹਾਂਜੀ, ਜਿਹੜੇ ਨਹੀਂ ਡਰਦੇ ਉਹ ਮੈਂ ਪਹਿਲਾਂ ਹੀ ਕਿਹਾ ਕੋਟਨ ਮੇ ਕੋਟ, ਉਹ ਇੱਕ ਅੱਧਾ ਹੁੰਦਾ ਜਿਹੜੇ ਕਿ ਰੋਜ਼ ਹੀ ਮਰਦੇ ਨੇ। ਸੋ ਮਹਾਤਮਾ ਬੁੱਧ ਨੂੰ, ਮੈਂ ਕਮ ਟੂ ਦਾ ਪੁਆਇੰਟ, ਕਿ ਮਹਾਤਮਾ ਬੁੱਧ ਨੂੰ ਇਹ ਸਵਾਲ ਪੁੱਛਿਆ ਵੀ ਕੋਈ ਤਾਂ ਅਜਿਹਾ ਢੰਗ ਹੋਊਗਾ, ਕੋਈ ਤਾਂ ਅਜਿਹਾ ਤਰੀਕਾ ਹੋਊਗਾ ਕਿ ਜਿਹਦੇ ਨਾਲ ਮੌਤ ਨਾ ਆਵੇ, ਮੈਂ ਮੌਤ ਤੋਂ ਬਚ ਸਕਾਂ। ਮਹਾਤਮਾ ਬੁੱਧ 2-3 ਮਿੰਟ ਚੁੱਪ ਰਹੇ, ਫਿਰ ਸਮਾਈਲ ਦਿੱਤੀ। ਉਹ ਜਿਹੜਾ ਭਗਤ ਸੀਗਾ, ਜਿਹੜਾ ਸ਼ਿਸ਼ ਸੀਗਾ, ਸੋਚਦਾ ਸੀਗਾ ਕਿ ਸ਼ਾਇਦ ਮਹਾਤਮਾ ਬੁੱਧ ਸੋਚ ਕੇ ਸਾਨੂੰ ਕੋਈ ਤਰੀਕਾ ਦੱਸਣਗੇ ਜਿਹਦੇ ਨਾਲ ਅਸੀਂ ਮੌਤ ਤੋਂ ਬਚ ਸਕੀਏ। ਮਹਾਤਮਾ ਬੁੱਧ ਨੇ ਸਮਾਈਲ ਦਿੱਤੀ, ਉਹ ਕਹਿੰਦਾ ਹਾਂ ਇੱਕ ਤਰੀਕਾ ਹੈ। ਸਾਰੇ ਹੈਰਾਨ ਹੋ ਗਏ ਤੇ ਚੇਲੇ ਕਹਿੰਦੇ ਜੀ ਕਿਹੜਾ ਤਰੀਕਾ? ਕਹਿੰਦਾ ਫਿਰ ਤੁਸੀਂ ਜਨਮ ਨਹੀਂ ਲੈਣਾ ਸੀ। ਜੇ ਤੁਸੀਂ ਜਨਮ ਲਿਆ ਨਾ ਫਿਰ ਤਾਂ ਮੌਤ ਆਊਗੀ, ਕਿਉਂਕਿ ਅਗਰ ਕੋਈ ਪੱਕਾ ਭਰੋਸਾ ਹੈ ਕਿ ਕੋਈ ਚੀਜ਼ ਆਵੇਗੀ ਤਾਂ ਉਹ ਹੈ ਸਾਡੀ ਮੌਤ। ਹੋਰ ਤਾਂ ਦੁਨੀਆ ਦੀਆਂ ਕੋਈ ਚੀਜ਼ਾਂ ਆਉਣ ਜਾਂ ਨਾ ਆਉਣ, ਪਰ ਮੌਤ ਅਵੱਸ਼ ਆਏਗੀ। ਸੋ ਡੈਥ ਕਿਹਨੂੰ ਕਹਿੰਦੇ ਨੇ? ਕਬੀਰ ਸਾਹਿਬ ਨੇ ਇੱਕ ਬੜੀ ਸੁੰਦਰ ਤੇ ਸਿੰਪਲ ਐਗਜ਼ਾਮਪਲ ਦਿੱਤੀ ਹੈ। ਕਬੀਰ ਸਾਹਿਬ ਲਿਖਦੇ ਨੇ ਪਾਣੀ ਤੇ ਹੀ ਹਿਮ ਭਇਆ, ਹਿਮ ਕਹਿੰਦੇ ਨੇ ਬਰਫ਼ ਨੂੰ, ਆਈਸ ਨੂੰ। ਪਾਣੀ ਤੇ ਹੀ ਹਿਮ ਭਇਆ, ਹਿਮ ਫਿਰ ਬਣਾ ਬਲਾਈ, ਬਲਾਈ ਕਹਿੰਦੇ ਨੇ ਪਾਣੀ ਨੂੰ, ਤਰਲ ਨੂੰ, ਲਿਕੁਇਡ ਨੂੰ। ਪਾਣੀ ਤੇ ਹੀ ਹਿਮ ਭਇਆ, ਹਿਮ ਫਿਰ ਬਣਾ ਬਲਾਈ, ਕਬੀਰਾ ਜੋ ਥਾ ਸੋ ਭਇਆ, ਅਬ ਕਹਾ ਕਛੂ ਨਾ ਜਾਈ। ਕਬੀਰ ਸਾਹਿਬ ਕਹਿੰਦੇ ਕਿ ਜਿਸ ਤਰ੍ਹਾਂ ਆਪਾਂ ਪਾਣੀ ਫਰੀਜ਼ਰ ਦੇ ਵਿੱਚ ਰੱਖ ਦਿੰਦੇ ਹਾਂ
ਤੇ ਉਹ 2-3 ਘੰਟਿਆਂ ਬਾਅਦ ਉਹ ਜਿਹੜਾ ਪਾਣੀ ਹੈ ਉਹ ਆਕੜ ਕੇ ਬਰਫ਼ ਬਣ ਜਾਂਦਾ। ਇਹੀ ਹੁੰਦਾ ਨਾ, ਜਦੋਂ ਬਰਫ਼ ਬਣ ਜਾਂਦਾ ਉਹਦੀ ਸ਼ਕਲ ਡਿਫਰੈਂਟ ਹੋ ਜਾਂਦੀ ਹੈ। ਤੇ ਉਸੇ ਬਰਫ਼ ਦੀ ਡਲੀ ਨੂੰ ਆਪਾਂ ਮੇਜ਼ ਤੇ ਰੱਖ ਦਈਏ ਤੇ ਘੰਟੇ 2 ਘੰਟੇ ਬਾਅਦ ਉਹ ਪਿਘਲ ਕੇ ਪਾਣੀ ਬਣ ਜਾਂਦਾ। ਸੋ ਪਾਣੀ ਤੋਂ ਬਰਫ਼ ਬਣੀ ਤੇ ਬਰਫ਼ ਤੋਂ ਪਾਣੀ ਬਣ ਗਿਆ। ਸੋ ਇਹੀ ਸਾਡੀ ਹਕੀਕਤ ਹੈ ਕਿ ਜਿਹੜੀ ਰੂਹ ਹੈ ਨਾ, ਸਾਡੀ ਆਤਮਾ, ਉਹ ਸਰੀਰ ਚੋਂ ਨਿਕਲ ਕੇ ਕਿਤੇ ਹੋਰ ਚਲੀ ਜਾਂਦੀ ਹੈ ਤੇ ਸਾਡਾ ਸਰੀਰ ਖਾਲੀ ਹੁੰਦੇ, ਅਸੀਂ ਮਰ ਜਾਂਦੇ ਹਾਂ। ਜਿੱਥੇ ਹੋਰ ਸਰੀਰ ਚਲੀ ਜਾਂਦੀ ਹੈ ਉੱਥੇ ਜਨਮ ਹੋ ਜਾਂਦਾ। ਆਪਾਂ ਕਹਿੰਦੇ ਇਹ ਬੰਦਾ ਪੈਦਾ ਹੋਏ, ਵਧਾਈਆਂ ਜੀ ਵਧਾਈਆਂ, ਹਾਂਜੀ ਮੁੰਡਾ ਹੋਇਆ ਕਿ ਕੁੜੀ ਹੋਈ ਹੈ। ਸੋ ਇਸੇ ਤਰ੍ਹਾਂ ਹੀ ਰੂਹ ਕਿੱਥੇ ਜਾਂਦੀ ਹੈ ਮਰਨ ਤੋਂ ਬਾਅਦ? ਜਦੋਂ ਸਾਡਾ ਸਰੀਰ ਖਾਲੀ ਕਰ ਜਾ, ਸਾਡੇ ਸਰੀਰ ਤੋਂ ਚਲੀ ਜਾਂਦੀ ਹੈ, ਉਹ ਜਾਂਦੀ ਕਿੱਥੇ ਹੈ? ਉਹਦੇ ਬਾਰੇ ਹਿੰਦੂ ਧਰਮ ਦੇ ਵਿੱਚ ਗਰੁੜ ਪੁਰਾਣ ਇੱਕ ਬੁੱਕ ਹੈ, ਹੋਲੀ ਬੁੱਕ, ਜਿਹਦੇ ਵਿੱਚ 271 ਚੈਪਟਰ ਨੇ, 271 ਉਹਦੇ ਚੈਪਟਰ ਨੇ ਤੇ ਲਗਭਗ ਨਹੀਂ ਪੱਕੇ ਹੀ ਆ 18,000 ਉਹਦੇ ਵਿੱਚ ਸ਼ਲੋਕ ਨੇ ਜਾਂ ਮੰਤਰ ਨੇ। ਉਹਨੂੰ ਜੇ ਧਿਆਨ ਨਾਲ ਪੜ੍ਹੀਏ, ਖਾਸ ਕਰਕੇ ਜਦੋਂ ਹਿੰਦੂ ਵੀਰਾਂ ਦੀ ਡੈਥ ਹੁੰਦੀ ਹੈ ਤਾਂ ਉਹ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪਾਇਆ ਜਾਂਦਾ, ਇਸ ਤਰ੍ਹਾਂ ਹਿੰਦੂ ਵੀਰ ਜਿਹੜੇ ਨੇ ਗਰੁੜ ਦਾ ਪਾਠ ਦਾ ਪੁਰਾਣ ਦਾ ਪਾਠ ਰਖਾਉਂਦੇ ਨੇ ਤੇ ਉਸ ਤੋਂ ਬਾਅਦ ਉਹਦਾ ਭੋਗ ਪਾਉਂਦੇ ਨੇ। ਤੇ ਉਹਦੇ ਵਿੱਚ ਡਿਟੇਲ ਦੇ ਵਿੱਚ ਐਡੀ ਵੱਡੀ ਬੁੱਕ ਦੇ ਵਿੱਚ ਦੱਸਿਆ ਗਿਆ ਕਿ ਆਤਮਾ ਜਾਂਦੀ ਕਿੱਥੇ ਹੈ, ਕਿਸ ਤਰ੍ਹਾਂ ਦੀ ਆਤਮਾ ਹੁੰਦੀ ਹੈ, ਆਤਮਾ ਦੀ ਸ਼ਾਂਤੀ ਕਿਵੇਂ ਹੁੰਦੀ ਹੈ, ਉਹ ਕਿਹੜੀ ਜੂਨੀ 'ਚ ਜਾਂਦੀ ਹੈ, ਕਿਸ ਤਰ੍ਹਾਂ ਦੇ ਕੰਮ ਕਰਦੇ ਆ, ਸਵਰਗ ਨਰਕ ਕੀ ਹੈ, ਜੰਨਤ ਦੋਜ਼ਖ ਜਾਂ ਸਵਰਗ ਨਰਕ ਕੀ ਹੈ। ਸੋ ਉਹ ਜਿਹੜੀ ਇੱਕ ਬੁੱਕ ਹੈ ਗਰੁੜ ਪੁਰਾਣ, ਉਹ ਵਿਸ਼ਨੂੰ ਜੀ ਦਾ ਪਾਠ ਕੀਤਾ ਜਾਂਦਾ, ਰੂਹ ਦੀ ਸ਼ਾਂਤੀ ਲਈ, ਆਤਮਾ ਦੀ ਸ਼ਾਂਤੀ ਦੇ ਲਈ ਪਾਠ ਹੁੰਦਾ। ਓਮ ਸ਼੍ਰੀ ਵਿਸ਼ਨੂੰ ਨਮੇ। ਸੋ ਇਹ ਉਹ ਕਿਤਾਬ ਦੇ ਵਿੱਚ ਪੂਰੀ ਦੀ ਪੂਰੀ ਗੱਲ ਦੱਸੀ ਵੀ ਹੈ। ਨਾਲ ਇਹ ਵੀ ਕਿਹਾ ਗਿਆ ਜਿਹੜੀ ਸਾਡੀ ਆਤਮਾ ਹੈ ਨਾ, ਜਿਹੜਾ ਸਾਡੇ ਸਿਰ ਦਾ ਬਾਲ ਹੁੰਦਾ, ਦੇਖੋ ਕਿੰਨਾ ਬਰੀਕ ਹੁੰਦਾ, ਉਹਦਾ 10,000 ਗੁਣਾ ਛੋਟੀ ਆਤਮਾ ਹੈ। ਇਟਸ ਜਸਟ ਲਾਈਕ ਏ ਐਟਮ, ਜਿਹਨੂੰ ਅੱਗੇ ਅਸੀਂ ਫਰਦਰ ਡਿਵਾਈਡ ਨਹੀਂ ਕਰ ਸਕਦੇ, ਪਰ ਉਹ એનર્ਜੀ ਬੜੀ ਤਾਕਤ ਵਾਲਾ ਹੈ। ਦੇਖ ਲਓ ਵੀ ਆਤਮਾ ਕਿੱਥੇ ਗਈ। ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਲਓ। ਇੱਕ ਬੱਚਾ, ਉਹਦੇ ਹੱਥ ਵਿੱਚ ਦੀਵਾ ਜਾਂ ਕੈਂਡਲ ਜਗ ਰਹੀ ਸੀਗੀ, ਉਹ ਜਾ ਰਿਹਾ ਸੀ, ਉਹਨੂੰ ਕੋਈ ਬੰਦਾ ਮਿਲ ਗਿਆ ਤੇ ਕਹਿੰਦਾ ਬੇਟਾ ਇੱਕ ਗੱਲ, ਰੁਕ ਤੈਨੂੰ ਇੱਕ ਗੱਲ ਪੁੱਛਣੀ ਆ। ਉਹ ਕਹਿੰਦਾ ਹਾਂਜੀ ਅੰਕਲ। ਕਹਿੰਦਾ ਬੇਟਾ ਜਿਹੜੇ ਤੇਰੇ ਹੱਥ ਵਿੱਚ ਦੀਵਾ ਚੱਕਿਆ ਹੋਇਆ ਨਾ ਜਾਂ ਕੈਂਡਲ ਫੜੀ ਵੀ ਹੈ, ਇਹ ਜਗ ਰਹੀ ਹੈ, ਤੂੰ ਐਂ ਦੱਸ ਵੀ ਇਹ ਰੋਸ਼ਨੀ ਆਈ ਕਿੱਥੋਂ ਹੈ? ਉਹ ਸੋਚਦਾ ਸੀ, ਬੱਚਾ ਕਹੂਗਾ ਵੀ ਦੀਆ ਸਲਾਈ ਨਾ ਚਲਾਤੀ ਜਾਂ ਇਹਦੇ 'ਚ ਤੇਲ ਪਾਇਆ ਜਾਂ ਬੱਤੀ ਪਾਈ ਹੈ ਤਾਂ ਕਰਕੇ ਆ ਗਈ। ਬੱਚਾ ਚੁੱਪ ਕਰ ਗਿਆ, ਉਹ ਮੂਰੇ ਤੁਰਨ ਲੱਗ ਗਿਆ। ਉਹ ਜਿਹੜੇ ਭਾਈ ਸਾਹਿਬ ਸੀ ਉਹ ਕਹਿੰਦੇ ਬੇਟਾ ਮੈਂ ਤੈਨੂੰ ਸਵਾਲ ਪੁੱਛਿਆ ਵੀ ਇਹ ਜਿਹੜੀ ਲਾਈਟ ਹੈ ਇਹ ਕਿੱਥੋਂ ਆਈ ਹੈ? ਉਹ ਕਹਿੰਦਾ ਅੰਕਲ ਜੀ ਥੋੜੀ ਦੂਰ ਆ ਜਾਓ, ਮੈਂ ਤੁਹਾਨੂੰ ਦੱਸਦਾ। ਇੰਨੇ ਨੂੰ ਬੱਚੇ ਦਾ ਆ ਗਿਆ ਘਰ। ਜਦੋਂ ਘਰ ਆ ਗਿਆ ਕਹਿੰਦਾ ਅੰਕਲ ਜੀ ਇੱਕ ਵਾਰੀ ਫੇਰ ਪੁੱਛੋ, ਸਵਾਲ ਕੀ ਪੁੱਛਿਆ ਸੀ? ਉਹ ਕਹਿੰਦਾ ਬੇਟਾ ਮੈਂ ਪੁੱਛਿਆ ਸੀਗਾ ਵੀ ਜਿਹੜੀ ਇਹ ਲਾਈਟ ਹੈ, ਜਿਹੜੀ ਇਹ ਜੋਤ ਜਗ ਰਹੀ ਹੈ, ਇਹ ਕਿੱਥੋਂ ਆਈ ਸੀ? ਮੁੰਡੇ ਨੇ ਕੀ ਕੀਤਾ, ਬੱਚੇ ਨੇ ਕੀ ਕੀਤਾ, ਮਾਰਤੀ ਫੂਕ। ਕਹਿੰਦਾ ਅੰਕਲ ਜੀ ਤੁਹਾਡੇ ਸਵਾਲ ਦਾ ਜਵਾਬ ਤਾਂ ਮੈਂ ਬਾਅਦ ਚ ਦਊਂਗਾ, ਪਹਿਲਾਂ ਇਹ ਦੱਸੋ ਵੀ ਇਹ ਜਿਹੜੀ ਲਾਈਟ ਹੈ ਹੁਣ ਗਈ ਕਿੱਥੇ? ਉਹਨੇ ਦੇਖਿਆ ਬੱਚਾ ਕੋਈ ਬੜਾ ਪਹੁੰਚਿਆ ਵਾ ਬੰਦਾ, ਵੀ ਇਹ ਐਵੇਂ ਛੋਟੀ ਉਮਰ ਦਾ ਨਹੀਂ, ਇਹਨੂੰ ਅੰਦਰਲਾ ਗਿਆਨ ਹੈ। ਕਹਿਣ ਦਾ ਮਤਲਬ ਹੈ ਵੀ ਜਿੱਥੋਂ ਗਈ ਉੱਥੋਂ ਹੀ ਆਈ ਸੀ। ਸੋ ਇਹੀ ਸਾਡੀ ਆਤਮਾ, ਇਹੀ ਸਾਡੀ ਰੂਹ ਦੀ ਫਿਲਾਸਫੀ ਹੈ ਕਿ ਜਿੱਥੋਂ ਵੀ ਉਹ ਰੂਹ ਆਈ ਹੈ ਉੱਥੇ ਵਾਪਸ ਚਲੀ ਜਾਂਦੀ ਹੈ। ਬਾਈਬਲ ਦੇ ਵਿੱਚ ਜੀਸਸ ਕ੍ਰਾਈਸਟ ਨੇ ਚੈਪਟਰ 13 ਦੇ ਵਿੱਚ ਕਿਹਾ ਹੈ ਕਿ ਡੋਂਟ ਬੀ ਡਿਸਕਰੇਜਡ ਫਾਰ ਦਾ ਲਾਰਡ ਵਿਲ ਬੀ ਵਿਦ ਯੂ ਵੇਅਰ ਐਵਰ ਯੂ ਗੋ। ਕਹਿੰਦਾ ਵਰੀ ਨਾ ਕਰੋ, ਪਰਮਾਤਮਾ ਦੀ, ਜਿਵੇਂ ਕਹਿੰਦੇ ਨੇ ਆਤਮ ਅੰਸ਼ ਰਾਮ ਦੀ, ਕਿ ਆਤਮਾ ਪਰਮਾਤਮਾ ਦੀ ਅੰਸ਼ ਹੈ, ਉੱਥੋਂ ਹੀ ਆਤਮਾ ਆਈ ਹੈ। ਇਹ ਠੀਕ ਹੈ ਵੀ ਸਫ਼ਰ ਕਈਆਂ ਦੇ ਲੰਬੇ ਹੋ ਜਾਂਦੇ ਨੇ, ਘੁੰਮਾ ਕੇ ਜਾਂਦੀ ਹੈ, ਕੋਈ ਫਾਸਟ ਚਲੀ ਜਾਂਦੀ, ਜਿਹਨੇ ਚੰਗੇ ਕੰਮ ਕੀਤੇ ਨੇ ਸਿੱਧੇ ਮਿਲ ਜਾਂਦੇ ਨੇ, ਤੇ ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਪੁੱਠੇ ਝੂਠ ਫਰੇਬ ਠੱਗੀ ਠੋਰੀ ਡੁਪਲੀਕੇਸੀ ਕੀਤੀ ਹੁੰਦੀ ਹੈ, ਉਹ ਘੁੰਮਾ ਕੇ ਜਾਨਵਰਾਂ ਦੀ ਮੁੜ ਕੇ, ਜਿਵੇਂ ਕਹਿੰਦੇ ਨੇ 184 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਬੜਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਇੰਦਾ। ਕਿ ਲੱਖਾਂ ਕਰੋੜਾਂ 84 ਲੱਖ ਜੀਆ ਜੂਨ ਤੋਂ ਘੁੰਮਾ ਕੇ ਅਸੀਂ ਮਨੁੱਖਾ ਜਨਮ ਲਿਆ। ਜੇ ਬੰਦੇ ਦੇ ਪੁੱਤ ਨਹੀਂ ਨਾ ਬਣਦੇ, ਜੇ ਪੁੱਠੇ ਸਿੱਧੇ ਕੰਮ ਕਰਦੇ ਆ, ਛਲ ਕਪਟ ਚਲਾਕੀਆਂ ਕਰਦੇ ਆ, ਹੇਰਾ ਫੇਰੀਆਂ ਕਰਦੇ ਆ, ਕਰੈਕਟਰਲੈਸ ਹੁੰਦੇ ਆ, ਤਾਂ ਫਿਰ ਉਹੀ 84 ਲੱਖ ਜੀਆ ਜੂਨ ਗੰਦੀ ਨਾਲੀ ਦੇ ਕੀੜੇ ਬਣਗੇ। ਪਤਾ ਨਹੀਂ ਕਦੋਂ ਚ ਅਸੀਂ ਚੰਗੇ ਕੰਮ ਕਰਾਂਗੇ ਤੇ ਸਾਡੀ ਜੇ ਦੇਹ ਨਿਕਲ ਕੇ ਵਾਪਸ ਪਰਮਾਤਮਾ ਨਾਲ ਮਿਲੂਗੀ। ਇਸ ਕਰਕੇ ਜਦੋਂ ਮੌਤ ਆਉਂਦੀ ਹੈ ਨਾ, ਅਸੀਂ ਐਵੇਂ ਹੀ ਰੋਈਏ ਨਾ, ਮੇਰੇ ਬਾਪੂ ਜੀ ਮਰ ਗਏ, ਮੇਰਾ ਮੁੰਡਾ ਮਰ ਗਿਆ, ਮੇਰਾ ਚਾਚਾ ਮਰ ਗਿਆ, ਮੇਰਾ ਫੂਫਾ ਜੀਜਾ ਸਭ ਮਰ ਗਏ। ਮਰਨ ਦੀ ਲੋੜ ਨਹੀਂ ਹੈ, ਮਰਨ ਦੀ ਲੋੜ ਹੈਗੀ, ਪਰ ਰੋਣ ਦੀ ਲੋੜ ਨਹੀਂ ਹੈ। ਰੋਣ ਦੀ ਲੋੜ ਕਿਉਂ ਨਹੀਂ ਹੈ? ਕਿਉਂਕਿ 5ਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਨਾ, ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣੀ ਹੋਏ।
इस मार्ग संसार में नानक थिर नहीं कोई। कोई भी बंदा पक्का नहीं है, थिर नहीं कोई पक्का नहीं, परमानेंट नहीं। इस करके जो चलना ही है, मरना ही है, तो फिर रोना पिटना क्यों है? सगों ਉਹਨੂੰ ਸਮਝੋ ਵੀ ਇਹਨੇ ਵੀ ਜਾਣਾ ਤੇ ਮੈਂ ਵੀ ਜਾਣਾ, ਤੇ ਜਦੋਂ ਮੈਂ ਜਾਣਾ ਤੇ ਫਿਰ ਮੈਨੂੰ ਚੰਗੇ ਕੰਮ ਕਰ ਲੈਣੇ ਚਾਹੀਦੇ ਨੇ, ਕਿਉਂਕਿ ਸਚਾਈ ਹੈ ਰਾਮ ਗਿਓ ਰਾਵਣ ਗਿਓ ਜਾ ਕਾ ਬੋ ਪਰਿਵਾਰ ਕਹੋ ਨਾਨਕ ਕੁਛ ਥਿਰ ਨਹੀਂ ਸੁਪਨੇ ਜੋ ਸੰਸਾਰ। ਜਿਵੇਂ ਸੁਪਨਾ ਆਉਂਦਾ ਨਾ, ਸੁਪਨੇ 'ਚ ਅਸੀਂ ਰਾਜੇ ਬਣ ਜਾਂਦੇ ਹਾਂ, ਕਦੇ ਪਹਿਲਵਾਨ ਬਣ ਜਾਂਦੇ, ਕਦੇ ਲਾਟਰੀ ਨਿਕਲ ਜਾਂਦੀ ਹੈ, ਕਦੇ ਚੀਕਾਂ ਮਾਰੀ ਜਾਂਦੇ, ਸਾਨੂੰ ਕੋਈ ਘੇਰਦੇ ਨੇ। ਜਦੋਂ ਅੱਖ ਖੁੱਲ੍ਹਦੀ ਹੈ ਅਸੀਂ ਕਹਿੰਦੇ ਇਹਦਾ ਸੁਪਨਾ ਸੀ। ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਰੀਰ ਹੈ ਨਾ, ਇਹਦੇ ਵਿੱਚ ਕਿਸੇ ਨੂੰ 10 ਸਾਲ ਮਿਲਿਆ, 20 ਸਾਲ, 50 ਸਾਲ, 100 ਸਾਲ, ਜਿੰਨਾ ਵੀ ਮਿਲਿਆ, ਉਹਦੇ ਵਿੱਚ ਅਸੀਂ ਛਾਲਾਂ ਮਾਰਦੇ ਫਿਰਦੇ ਹਾਂ, ਦੁਨੀਆ ਦੀਆਂ ਚੀਜ਼ਾਂ ਇਕੱਠੀਆਂ ਕਰਦੇ ਫਿਰਦੇ ਹਾਂ। ਇੱਥੇ ਕੋਈ ਵੀ ਬੰਦਾ ਪੱਕਾ ਨਹੀਂ ਹੈ। ਜਿਹੜੇ ਰਾਮਚੰਦਰ ਜੀ ਸੀਗੇ ਜਾਂ ਰਾਵਣ, ਦੇਖੋ ਕਿੱਡਾ ਵੱਡਾ ਪਰਿਵਾਰ ਸੀ, ਉਹ ਨਹੀਂ ਰਹੇ, ਤੇ ਅਸੀਂ ਕਿਹੜੀ ਬਾਗ ਦੀ ਮੂਲੀ ਆ। ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬਾਂਦੇ ਤੀਰ। ਇੱਥੇ ਅਮੀਰ ਗਰੀਬ, ਰਾਜੇ ਮਹਾਰਾਜੇ, ਕਾਲੇ ਗੋਰੇ ਚਿੱਟੇ, ਚੀਨੇ ਪਾਕਿਸਤਾਨੀ ਇੰਡੀਅਨ ਜੋ ਵੀ ਨੇ, ਸਭ ਨੇ ਆਪਣੀ ਆਪਣੀ ਬਾਰੀ 'ਚ ਤੁਰੇ ਜਾਣਾ, ਸਰੀਰ ਨੂੰ ਖਾਲੀ ਕਰੀ ਜਾਣਾ। ਸੋ ਇਸ ਕਰਕੇ ਰੋਣ ਦੀ ਕੋਈ ਜ਼ਰੂਰਤ ਨਹੀਂ, ਸਗੋਂ ਸਾਨੂੰ ਸਮਝਣ ਦੀ ਲੋੜ ਹੈ ਕਿ ਮੌਤ ਤਾਂ ਆਉਣੀ ਆਉਣੀ ਆ। ਫਿਰ ਕਿਉਂ ਢੇਰਾਂ ਦੇ ਢੇਰ ਅਸੀਂ ਪੈਸਿਆਂ ਦੇ ਮਗਰ ਭੱਜੇ ਫਿਰਦੇ ਹਾਂ? ਫਿਰ ਕਿਉਂ ਅਸੀਂ ਦਾਰੂਆਂ ਦੇ ਮਗਰ ਪੈ ਕੇ, ਦਾਰੂਆਂ ਪੀ ਕੇ ਆਪਣੇ ਸਰੀਰ ਨੂੰ ਗਾਲਦੇ ਹਾਂ? ਫਿਰ ਕਿਉਂ ਅਸੀਂ ਨਜਾਇਜ਼ ਸਮੋਸੇ, ਟਿੱਕੀਆਂ, ਬਾਲੂਸ਼ਾਹੀਆਂ, ਸਿਗਰਟਾਂ, ਚਿੱਟਾ ਨਸ਼ਾ ਇਹ ਖਾ ਕੇ ਆਪਣੇ ਸਰੀਰ ਨੂੰ ਬਰਬਾਦ ਕਰੀ ਜਾਂਦੇ ਹਾਂ? ਤੇ ਕਈ ਕਹਿੰਦੇ ਮਰਨਾ ਤਾਂ ਹੈਗਾ ਹੀ ਆ, ਫਿਰ ਖਾਓ ਪੀਓ ਐਸ਼ ਕਰੋ, ਜ਼ਰੂਰ ਕਰੋ। ਜੇ ਮਰਨਾ ਤਾਂ ਉਸੇ ਟਾਈਮ ਤੇ ਆ, ਪਰ ਚੰਗੀ ਮੌਤ ਮਰੋ ਨਾ। ਜਦੋਂ ਹਸਪਤਾਲ 'ਚ ਜਾ ਕੇ ਤੁਹਾਡੇ ਡਾਈਪਰ ਲੱਗ ਜਾਂਦੇ ਨੇ, ਪਿਸ਼ਾਬ ਟੱਟੀ ਦਾ ਨਹਾਉਣ ਦੀ ਨਹੀਂ, ਨਾਲੀਆਂ ਵਿੱਚ ਨਰਸਾਂ ਕਢਵਾਉਂਦੀਆਂ ਨੇ, ਤੇ ਨੱਕ ਦੇ ਵਿੱਚ ਸਰੀਰ ਨੂੰ ਪਾੜ ਕੇ ਉਹਦਾ ਤੁਹਾਡੇ ਬਾਈਪਾਸ ਸਰਜਰੀ ਕੀਤੀ ਜਾਂਦੀ, ਬ੍ਰੇਨ ਦੇ ਟਾਂਕੇ ਲੱਗ ਜਾਂਦੇ, ਉਦੋਂ ਚੀਕਾਂ ਮਾਰਦੇ ਆ। ਉਹ ਚੀਕਾਂ ਨਾਲ ਤਾਂ ਵਧੀਆ ਕਿ ਜੇ ਸਰੀਰ 'ਚ ਪਹਿਲਾਂ ਹੀ ਹਿਸਾਬ ਨਾ ਪਾਈਏ, ਚੰਗੇ ਪਾਸੇ ਲੱਗੀਏ, ਤਾਂ ਕਿ ਜਦੋਂ ਮੌਤ ਆਵੇ ਆਰਾਮ ਦੇ ਨਾਲ ਮੌਤ ਆ ਜੇ। ਮੈਂ ਇਸ ਗੱਲ ਦੇ ਬਾਰੇ ਬੜਾ ਕਨਫਰਮ ਆ ਕਿ ਮੌਤ ਅਵਸ਼ ਆਉਣੀ ਹੈ, ਪਰ ਮੌਤ ਚੰਗੇ ਤਰੀਕੇ ਨਾਲ ਤਾਂ ਵਧੀਆ। ਹਸਪਤਾਲ 'ਚ ਰੁੜ ਕੇ ਜਾਵਾਂਗੇ, ਮੇਰੇ ਗੋਡੇ ਦੁਖਦੇ ਨੇ, ਮੇਰੇ ਗਿੱਟੇ ਦੁਖਦੇ ਨੇ, ਦਿਸਦੇ ਨਹੀਂ, ਮੇਰੇ ਨਰਸ ਟੀਕਾ ਲਾ ਜਾਂਦੀ ਹੈ, ਰੋਟੀ ਮੂੰਹ 'ਚ ਨੱਕ ਦੱਬ ਕੇ ਚਮਚਾ ਪਾ ਜਾਂਦੀ ਹੈ, ਉਹਦਾ ਕੀ ਫਾਇਦਾ? ਸੋ ਇਸ ਕਰਕੇ ਮੌਤ ਆਉਣੀ ਅਵਸ਼ ਹੈ, ਪਰ ਚੰਗੀ ਮੌਤ ਮਰੋ। ਚੰਗੀ ਮੌਤ ਤਾਂ ਹੀ ਮਰਾਂਗੇ ਜਦੋਂ ਸਾਡੀ ਲਾਈਫ ਸਟਾਈਲ ਜਿਹੜਾ ਉਹ ਚੇਂਜ ਹੋ ਜਾਊਗਾ। ਭਗਵਦ ਗੀਤਾ ਦੇ ਵਿੱਚ ਲਾਰਡ ਕ੍ਰਿਸ਼ਨ ਨੇ ਕਿਹਾ ਨਾ, ਜਿਹੜੀ ਮੌਤ ਹੈ, ਜਿਸ ਤਰ੍ਹਾਂ ਅਸੀਂ ਕੱਪੜੇ ਬਦਲਦੇ ਹਾਂ, ਪੁਰਾਣੇ ਕੱਪੜੇ ਲਾ ਕੇ ਨਵੇਂ ਪਾ ਲੈਂਦੇ ਹਾਂ, ਇਸੇ ਤਰ੍ਹਾਂ ਹੀ ਸਾਡੀ ਆਤਮਾ ਇੱਕ ਸਰੀਰ ਨੂੰ ਛੱਡ ਕੇ ਨਵਾਂ ਸਰੀਰ ਅਡਾਪਟ ਕਰ ਲੈਂਦੀ ਹੈ। ਸੋ ਇਸ ਕਰਕੇ ਸਾਨੂੰ ਇਹ ਗੱਲ ਵਿਸ਼ਵਾਸ ਕਰਨੀ ਚਾਹੀਦੀ ਹੈ ਗੀਤਾ ਦੇ ਵਿੱਚ ਕਿ ਜਿਹੜੀ ਮੌਤ ਹੈ ਨਾ, ਗੀਤਾ 'ਚ ਦੱਸਿਆ ਵੀ 3 ਪ੍ਰਕਾਰ ਦੀ ਹੁੰਦੀ ਹੈ। ਕੁਛ ਲੋਕ ਹੁੰਦੇ ਨੇ ਤਮੋਗੁਣੀ, ਉਹਨਾਂ ਦੀ ਕੀ ਖਾਸੀਅਤ ਹੈ? ਭੈੜੇ ਖੋਟੇ ਕੰਮ ਕਰਨੇ, ਹਾਂਜੀ, ਫਨੈਟਿਕ ਲੋਕ ਹੁੰਦੇ ਨੇ, ਜੋ ਵੀ ਕੁਛ ਆ ਗਿਆ, ਜੋ ਦੇਖੋ ਜਿੰਨੇ ਵੀ ਦੁਨੀਆ ਦੇ ਮਾੜੇ ਕਰਮ ਨੇ ਉਹ ਕਰਦੇ ਨੇ, ਤੇ ਉਹਨਾਂ ਦੀ ਫਿਰ ਜਿਹੜੀ ਮੌਤ ਹੁੰਦੀ ਹੈ ਨਾ, ਬੜੀ ਦਰਦਨਾਕ ਹੁੰਦੀ ਹੈ। ਉਹਨਾਂ ਨੂੰ ਬਰਦਾਸ਼ਤ ਕਰਨਾ ਬੜਾ ਔਖਾ ਹੁੰਦਾ। ਕਹਿੰਦਾ ਜਦੋਂ ਉਹਨਾਂ ਦੀ ਰੂਹ ਨਿਕਲਦੀ ਹੈ ਨਾ, ਤਾਂ ਫਿਰ ਜਿਹੜੀ ਪਿਸ਼ਾਬ ਕਰਨ ਵਾਲੀ ਨਾਲੀ ਹੁੰਦੀ ਹੈ, ਉੱਥੋਂ ਨਿਕਲਦੀ ਹੈ, ਕਿੰਨੀ ਤੰਗ ਹੁੰਦੀ ਹੈ। ਫਿਰ ਅਸੀਂ ਉਹਦੇ ਵਿੱਚ ਨਿਸ਼ਾਨੀ ਵੀ ਇਹ ਹੈ ਵੀ ਉਹਦੇ ਵਿੱਚ ਕਈ ਵਾਰੀ ਪਿਸ਼ਾਬ ਦੇ ਡ੍ਰੌਪ ਹੁੰਦੇ, ਜਦੋਂ ਬੰਦਾ ਮਰ ਜਾਂਦਾ, ਜਾਂ ਜਿਹੜਾ ਵੀਰ ਹੀ ਹੁੰਦਾ ਨਾ, ਸਿਮਨ ਹੁੰਦਾ, ਉਹ ਡ੍ਰੌਪ ਹੁੰਦੇ ਨੇ। ਸੋ ਅਜਿਹੀ ਮੌਤ ਬੜੀ ਖੌਫਨਾਕ ਹੁੰਦੀ ਹੈ। ਸਹਿਜੋ ਬਾਈ ਕੁਚ ਕੋਟੀ ਦੇ ਸੰਤ ਹੋਏ ਨੇ, ਉਹਨਾਂ ਨੇ ਕਿਹਾ ਸਹਿਜੋ ਮ੍ਰਿਤੂ ਕੇ ਸਮੇਂ, ਮ੍ਰਿਤੂ ਜਿਹੜੇ ਬੰਦੇ ਪੁੱਠੇ ਸਿੱਧੇ ਕੰਮ ਕਰਦੇ ਨੇ, ਸਹਿਜੋ ਮ੍ਰਿਤੂ ਕੇ ਸਮੇਂ ਪੀੜਾ ਹੋਤ ਅਪਾਰ, ਬਹੁਤ ਪੀੜਾ ਹੁੰਦੀ ਹੈ। ਲੱਖ ਕਰੋੜ ਬਿੱਛੂ ਡੰਗ ਮਾਰੇ ਤੇ ਇੱਕ ਵਾਰ, ਇੱਕ ਬਿੱਛੂ ਵੀ ਡੰਗ ਮਾਰੇ ਨਾ, ਚੀਕਾਂ ਪੈ ਜਾਂਦੀਆਂ ਨੇ। ਇਹ ਤਾਂ ਮੇਰਾ ਸਹਿਜੋ ਬਾਈ ਕਹਿੰਦੇ ਲੱਖ ਕਰੋੜ ਬਿੱਛੂ ਇੱਕੋ ਵਾਰ ਡੰਗ ਮਾਰ, ਇੰਨੀ ਪੀੜਾ ਹੁੰਦੀ ਆ। ਤੁਸੀਂ ਦੇਖ ਲਿਆਓਗੇ ਜਿਹੜੇ ਬੰਦੇ ਭੈੜੇ ਖੋਟੇ ਕੰਮ ਕਰਦੇ ਨੇ, ਮੈਂ ਦੇਖੇ ਨੇ ਆਪਣੀ ਲਾਈਫ ਦੇ ਵਿੱਚ, ਉਹ ਫਿਰ ਗਾਲਾਂ ਹੀ ਕੱਢੀਆਂ ਨੇ, ਮਾਂ ਦੀ ਭੈਣ ਦੀ, ਜੇ ਕੋਈ ਪੰਜਾਬੀ ਆ, ਚੀਕਾਂ ਮਾਰੀ ਜਾਂਦੇ ਨੇ, ਲੱਤਾਂ ਮਾਰੀ ਜਾਂਦੇ ਨੇ, ਉਹਨਾਂ ਦੀ ਰੂਹ ਨਹੀਂ ਨਿਕਲਦੀ, ਫਿਰ ਬਹੁਤ ਦੁਖੀ ਹੁੰਦੇ ਨੇ। ਸੋ ਉਹਨਾਂ ਨੇ ਕੰਮ ਜ਼ਿੰਦਗੀ 'ਚ ਚੰਗੇ ਨਹੀਂ ਕੀਤੇ ਹੁੰਦੇ। ਜੇ ਚੰਗੇ ਕੀਤੇ ਹੋਣ ਤਾਂ ਰੂਹ ਵੀ ਆਰਾਮ ਨਾਲ ਨਿਕਲ ਜਾਂਦੀ ਹੈ। ਦੂਜੇ ਪ੍ਰਕਾਰ ਦੇ ਹੁੰਦੇ ਨੇ ਰਜੋਗੁਣੀ, ਇਹੋ ਜਿਹੇ ਹੁੰਦੇ ਨੇ, ਚੰਗੇ ਵੀ ਕਰੀ ਜਾਂਦੇ ਨੇ, ਮਾੜੇ ਵੀ, ਸਾਰੇ ਆਪਣੇ ਵਰਗੇ ਨੇ, ਮਤਲਬ ਇਸ ਤਰ੍ਹਾਂ ਦੇ। ਉਹਨਾਂ ਦੀ ਜਿਹੜੀ ਰੂਹ ਹੈ ਉਹ ਹਿਰਦੇ ਚੱਕਰ, ਹਿਰਦੇ ਦਾ ਮਤਲਬ ਹਾਰਟ ਨਹੀਂ, ਇਹ ਸਿੰਬੋਲਿਕਲੀ ਸਪਿਰਿਚੁਅਲ ਹੈਗੀ, ਇੱਥੋਂ ਨਿਕਲਦੀ ਹੈ। ਤੇ ਤੀਸਰੇ ਸਤੋਗੁਣੀ, ਜਿਹੜੇ ਥਰਡ ਆਈ ਤੇ ਚਲੇ ਜਾਂਦੇ ਨੇ, ਦਿਵ ਚਕਸ਼ੂ ਖੋਲ ਲੈਂਦੇ ਨੇ, ਉਹਨਾਂ ਦੀ ਆਗਿਆ ਚੱਕਰ 'ਚੋਂ ਇੱਥੋਂ ਜਿਹੜੀ ਹੈਗੀ ਸਾਰਾ ਸਰੀਰ ਖਾਲੀ ਕਰਕੇ, ਤਾਂ ਖਾਲੀ ਹੁੰਦਾ ਠੰਡਾ ਹੋ ਕੇ, ਇੱਥੋਂ ਜਦੋਂ ਅੱਖਾਂ ਬੰਦ ਕਰਕੇ ਨਿਕਲ ਜਾਂਦੀ ਹੈ, ਇਹਨੂੰ ਆਪਾਂ ਸਤੋਗੁਣੀ ਕਹਿੰਦੇ ਹਾਂ। ਤੇ ਤੀਜੀ ਕਰਾਊਨ ਚੱਕਰ ਦੇ ਵਿੱਚ ਹੁੰਦੀ ਹੈ। ਕਰਾਊਨ ਚੱਕਰ ਉਹ ਹੁੰਦਾ ਜਿਹੜਾ ਸਿਰ ਦੇ ਉੱਪਰ ਹੈਡ, ਤੁਸੀਂ ਦੇਖਿਆ ਹੋਊਗਾ ਇੰਡੀਆ ਦੇ ਵਿੱਚ, ਮੈਂ ਖੁਦ ਦੇਖਿਆ ਕਿ ਜਦੋਂ ਬੰਦਾ ਮਰ ਜਾਂਦਾ ਸੋਟੀ ਮਾਰ ਕੇ ਨਾ ਇੱਥੇ ਮਾਰਦੇ ਨੇ ਤਾਂ ਕਿ ਵੀ ਰੂਹ ਨਿਕਲ ਜੇ। ਉਹ ਇੱਕ ਸਿੰਬੋਲਿਕ ਬਣੀ ਵੀ ਹੈ ਗੱਲ, ਪਰ ਹਕੀਕਤ ਇਹ ਹੈ ਕਿ ਜਦੋਂ ਬੰਦਾ ਜਿਵੇਂ ਥਰਡ ਆਈ ਤੋਂ ਬਾਅਦ ਅੰਦਰਲੀ ਜਿਹੜੀ ਡਿਵਾਈਨ ਮੈਲੋਡੀ
ਤੇ ਡਿਵਾਈਨ ਲਾਈਟ ਦੇ ਦਰਸ਼ਨ ਕਰਦਾ ਕਰਦਾ ਅੰਦਰਲੀਆਂ ਮੰਜ਼ਿਲਾਂ ਸਫ਼ਰ ਕਰਦਾ ਨਾ, ਉਹਨੂੰ ਕਹਿੰਦੇ ਨੇ ਜਿਉਂਦੇ ਜੀ ਮਰਨਾ। ਉਹ ਗੁਰੂ ਦੀ ਭਗਤੀ ਕਰਦਾ। ਸੋ ਇਸ ਕਰਕੇ ਜਿਹੜੀ ਅਖੀਰਲੀ ਮੌਤ ਹੈ ਨਾ, ਉਹ ਕੋਈ ਰੇਅਰ ਬੰਦਾ ਹੁੰਦਾ, ਜਿਵੇਂ ਮੈਂ ਕਿਹਾ ਸੀ ਨਾ, ਉਹਨਾਂ ਨੂੰ ਪਤਾ ਹੁੰਦਾ ਮੌਤ ਕਦੋਂ ਆਉਣੀ ਹੈ, ਉਹਨਾਂ ਨੂੰ ਤਾਂ ਖੁਸ਼ੀ ਚੜੀ ਹੁੰਦੀ ਹੈ, ਕਿਉਂਕਿ ਉਹ ਜਿਹੜੇ ਆ ਜਿਉਂਦੇ ਜੀ ਮਰਦੇ ਨੇ। ਜਿਉਂਦੇ ਜੀ ਮਰਨਾ ਕੀ ਹੁੰਦਾ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਪਰ ਕੁਛ ਲੋਕ ਇੱਥੇ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਕੁਛ ਲੋਕ ਇਹ ਗੱਲ ਕਹਿੰਦੇ ਨੇ ਕਿ ਜੀ ਇਹ ਐਵੇਂ ਬਣਾਈਆਂ ਪੰਡਤਾਂ ਦੀਆਂ ਗੱਲਾਂ, ਭਾਈ ਜੀ ਦੀਆਂ ਗੱਲਾਂ, ਵੀ ਫਲਾਣੀ ਜੂਨੀ ਆ, ਧਮਕੀ ਜੂਨੀ, ਕੋਈ ਜੂਨੀ ਜਾਣੀ ਨਹੀਂ, ਕੋਈ ਰੱਬ ਰੂਪ ਨਹੀਂ ਹੈ, ਸਭ ਬੇਕਾਰ ਹੈ। ਦੇਖੋ, ਸਾਨੂੰ ਕਿਸੇ ਨਾਲ ਬਹਿਸ ਕਰਨ ਦੀ ਤਾਂ ਲੋੜ ਨਹੀਂ, ਮੈਂ ਖੁਦ ਨਹੀਂ ਬਹਿਸ ਕਰਦਾ। ਮੰਨਣਾ ਮੰਨ ਲਓ, ਨਹੀਂ ਮੰਨਦਾ ਨਾ ਮੰਨੋ, ਪਰ ਮਨਾ ਕੇ ਲੈਣਾ ਵੀ ਕੀ ਹੈ। ਜਿਸ ਤਰ੍ਹਾਂ ਇੱਕ ਵਾਰ ਥੋੜੀ ਗੱਲ ਸਮਝੋ ਵੀ ਕਿਉਂ ਅਸੀਂ ਬਹਿਸ ਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ ਹੈ। ਇੱਕ ਵਾਰ ਹਾਥੀ ਤੇ ਗਧਾ ਇੱਕ ਜੰਗਲ 'ਚ ਇਕੱਠੇ ਹੋ ਗਏ। ਹਾਥੀ ਨੇ ਗਧੇ ਨੂੰ ਪੁੱਛਿਆ ਵੀ ਗਧੇ ਭਾਈ ਸਾਹਿਬ, ਜਿਹੜਾ ਉਹ ਅਸਮਾਨ ਹੈ, ਸਕਾਈ ਹੈ, ਉਹਦਾ ਰੰਗ ਕੀ ਹੈ? ਗਧੇ ਨੇ ਉੱਪਰ ਨੂੰ ਦੇਖਿਆ, ਕਹਿੰਦਾ ਲਾਲ ਹੈ। ਕਹਿੰਦਾ ਲਾਲ ਹੈ? ਕਹਿੰਦਾ ਹਾਂ। ਗਧਾ ਕਹਿੰਦਾ ਹੋਰ ਕੀ ਹੈ ਤੂੰ ਦੱਸ। ਕਹਿੰਦਾ ਨਹੀਂ ਯਾਰ, ਗਧੇ ਆ, ਉਹ ਤਾਂ ਨੀਲਾ ਹੈ, ਬਲੂ ਹੈ। ਉਹ ਕਹਿੰਦਾ ਨਾ ਨਾ ਲਾਲ ਹੈ। ਉੱਥੇ ਬਹਿਸ ਕਰਨ ਲੱਗੇ। ਇੰਨੇ ਨੂੰ ਜਦੋਂ ਬਹਿਸ ਕਰਦੇ ਸੀ ਵੀ ਲਾਲ ਹੈ ਕਿ ਨੀਲਾ, ਇੰਨੇ ਨੂੰ ਆ ਗਿਆ ਸ਼ੇਰ। ਉਹਨਾਂ ਨੇ ਕਿਹਾ ਸ਼ੇਰ ਸਿਆਣਾ। ਹਾਥੀ ਨੇ ਸ਼ੇਰ ਨੂੰ ਖੜਾ ਲਿਆ। ਕਹਿੰਦੇ ਭਾਈ ਸਾਹਿਬ ਇੱਕ ਮਿੰਟ ਗੱਲ ਸੁਣੋ, ਸ਼ੇਰ ਸਾਹਿਬ ਸਾਡਾ ਇੱਕ ਫੈਸਲਾ ਹੀ ਕਰਾ ਜਾਓ। ਉਹ ਕਹਿੰਦਾ ਕੀ? ਕਹਿੰਦਾ ਗਧਾ ਕਹਿੰਦਾ ਅਸਮਾਨ ਦਾ ਰੰਗ ਲਾਲ ਹੈ ਤੇ ਮੈਂ ਕਹਿੰਦਾ ਨੀਲਾ ਬਲੂ ਹੈ, ਤੁਸੀਂ ਦੱਸੋ ਵੀ ਠੀਕ ਕੀ ਹੈ, ਅਸਮਾਨ ਦਾ ਰੰਗ ਕੀ ਹੈ? ਸ਼ੇਰ ਰੁਕ ਗਿਆ। ਹਾਥੀ ਨੂੰ ਕਹਿੰਦਾ ਵੀ ਫੇਰ ਇੱਕ ਵਾਰ ਦੱਸ। ਕਹਿੰਦਾ ਗਧਾ ਕਹਿੰਦਾ ਲਾਲ ਹੈ, ਮੈਂ ਕਹਿੰਦਾ ਬਲੂ ਹੈ, ਤੁਸੀਂ ਦੱਸੋ ਕਿਹੜਾ ਰੰਗ ਠੀਕ ਹੈ? ਸ਼ੇਰ ਨੇ ਦੱਬ ਕੇ ਹਾਥੀ ਦੇ ਥੱਪੜ ਮਾਰਿਆ। ਹਾਥੀ ਬੜਾ ਡਰ ਗਿਆ ਵੀ ਸ਼ਾਇਦ ਥੱਪੜ ਦਾ ਤਾਂ ਮਤਲਬ ਇਹ ਹੈ ਕਿ ਮੈਂ ਗਲਤ ਹਾਂ, ਸ਼ਾਇਦ ਅਸਮਾਨ ਦਾ ਰੰਗ ਲਾਲ ਹੋਊ ਪਰ ਮੈਨੂੰ ਤਾਂ ਨੀਲਾ ਦਿਸਦਾ। ਉਹਨੇ ਫਿਰ ਹਾਥੀ ਨੇ ਪੁੱਛ ਲਿਆ ਸ਼ੇਰ ਨੂੰ, ਕਹਿੰਦੇ ਸ਼ੇਰ ਸਾਹਿਬ ਗੱਲ ਦੱਸੋ, ਮੈਂ ਗਲਤ ਹਾਂ, ਅਸਮਾਨ ਦਾ ਰੰਗ ਨੀਲਾ ਨਹੀਂ ਹੈ? ਉਹ ਕਹਿੰਦਾ ਸ਼ੇਰ ਕਹਿੰਦਾ ਅਸਮਾਨ ਦਾ ਰੰਗ ਨੀਲਾ। ਕਹਿੰਦਾ ਜੀ ਫੇਰ ਜਦੋਂ ਮੈਂ ਠੀਕ ਆ ਤੁਸੀਂ ਥੱਪੜ ਕਿਉਂ ਮਾਰਿਆ? ਸ਼ੇਰ ਕਹਿੰਦਾ ਥੱਪੜ ਮੈਂ ਤੇਰੇ ਤਾਂ ਮਾਰਿਆ, ਤੂੰ ਗਧੇ ਦੇ ਨਾਲ ਬਹਿਸ ਕਿਉਂ ਕਰਦਾ? ਸੋ ਬਹਿਸ ਦੇ ਵਿੱਚੋਂ ਕੱਢਣ ਪਾਉਣ ਨੂੰ ਕੋਈ ਨਹੀਂ। ਜਿਹੜੇ ਬੰਦੇ ਨਹੀਂ ਮੰਨਦੇ ਨਾ ਮੰਨੋ। ਜਿਵੇਂ ਉੱਲੂ ਹੈ, ਆਊਲ, ਉਹ ਰਾਤ ਨੂੰ ਸੌਂਦਾ, ਰਾਤ ਨੂੰ ਉਹ ਜਾਗਦਾ ਤੇ ਦਿਨੇ ਸੌਂਦਾ। ਜਿਹੜਾ ਉੱਲੂ ਹੁੰਦਾ ਉਹਨੂੰ ਰਾਤ ਨੂੰ ਤਾਂ ਸਾਰਾ ਕੁਝ ਦਿਖਾਈ ਦਿੰਦਾ ਪਰ ਸਵੇਰੇ ਨਹੀਂ। ਜਦੋਂ ਉਹ ਸਵੇਰੇ ਉੱਠਦਾ ਤੇ ਉੱਲੂ ਕਦੇ ਮੰਨਦਾ ਵੀ ਸੂਰਜ ਚੜ੍ਹਿਆ, ਕਿਉਂਕਿ ਉਹਦਾ ਲੈਵਲ ਹੀ ਨਹੀਂ, ਉਹਦੀ ਕੁਆਲਿਟੀ ਨਹੀਂ ਕਿ ਸੂਰਜ ਦੀ ਪਹਿਚਾਣ ਕਰ ਸਕੇ, ਕਿਉਂਕਿ ਉਹ ਰਾਤ ਨੂੰ ਹੀ ਜਾਗਦਾ। ਇਸ ਕਰਕੇ ਇਹ ਜਿਹੜੇ ਮਜਬੂਰ ਨੇ ਨਾ ਵੀ ਮੌਤ ਕਿਵੇਂ ਹੈ, ਕਦੋਂ ਆਉਣੀ ਹੈ, ਜਿਉਂਦੇ ਜੀ ਮਰਨਾ ਕੀ ਹੈ, ਜਿੰਨਾ ਚਿਰ ਤੱਕ ਤੁਸੀਂ ਪ੍ਰੈਕਟੀਕਲ ਆਪ ਤਜਰਬਾ ਨਹੀਂ ਕਰਦੇ ਉਹਨਾਂ ਚਿਰ ਤੱਕ ਤੁਹਾਨੂੰ ਪੂਰਾ ਵਿਸ਼ਵਾਸ ਨਹੀਂ ਆ ਸਕਦਾ। ਜਦੋਂ ਦੇਖ ਲਓ ਮੌਤ ਜਿਹੜੀ ਹੈਗੀ ਅਟਲ ਸੱਚਾਈ ਹੈ। ਇਸ ਕਰਕੇ ਸਾਨੂੰ ਮੌਤ ਤੋਂ ਫਾਇਦਾ ਲੈਣਾ ਚਾਹੀਦਾ। ਫਾਇਦਾ ਕੀ ਲੈਣਾ ਚਾਹੀਦਾ ਕਿ ਮੌਤ ਤਾਂ ਆਉਣੀ ਹੈ, ਹमेशा के लिए रहना नहीं, इस दौरे फानी में कुछ अच्छा काम कर लो, 4 दिन की जिंदगानी में। मौत तो फायदा इस करके लो भी भाई साहब मौत तो आउनी है। इस करके जिन्ने भी साडे साह ने ना, बजाए असी मरण वेले चीका मारदे जाइए, डाइपर साडे लगदे होण ते नालियां नाल भरिया साडा शरीर होवे, ਉਹਦੇ ਨਾਲੋਂ ਕੋਈ ਚੰਗੇ ਕੰਮ ਕਰੋ ਤਾਂ ਕਿ ਅਸੀਂ ਈਜ਼ੀ ਮੌਤ ਮਰ ਸਕੀਏ। ਲੋਕ ਵੀ ਸਾਨੂੰ ਜਦੋਂ ਯਾਦ ਕਰਨ, ਇਹ ਗੱਲ ਕਹਿਣ ਕਿ ਲੋਕ ਚੰਗਾ ਕੰਮ ਕੀਤਾ। ਧੀਆਂ ਪੁੱਤਰ ਜਿਹੜੇ ਨੇ ਉਹ ਵੀ ਪ੍ਰਾਊਡ ਮਹਿਸੂਸ ਕਰਨ ਕਿ ਸਾਡੇ ਮਾਂ-ਬਾਪ ਦੀ ਲੋਕ ਇੱਜ਼ਤ ਕਰਦੇ ਨੇ, ਕਿ ਸਾਰੀ ਜ਼ਿੰਦਗੀ ਇਹਨੇ ਹੱਕ ਹਲਾਲ ਦੀ ਕਮਾਈ ਖਾਧੀ, ਝੂਠ ਫਰੇਬ ਨਹੀਂ ਮਾਰਿਆ, ਉੱਪਰੋਂ ਮਿੱਠੀਆਂ ਗੱਲਾਂ ਨਹੀਂ, ਵਿੱਚੋਂ ਸ਼ੈਤਾਨੀਆਂ। ਪਹਿਲਾਂ ਸ਼ੈਤਾਨੀ ਕਰ ਲੈਂਦੇ ਆ, ਫਿਰ ਹਾੜੇ ਕੱਢਦੇ ਆ, ਪਤਾ ਲੱਗ ਜਾਂਦਾ ਵੀ ਅਸੀਂ ਸ਼ੈਤਾਨੀ ਕੀਤੀ ਹੈ। ਇਹ ਜਿਹੜੀਆਂ ਚਲਾਕੀਆਂ ਜੇ ਕਰਕੇ ਰਿਲੇਸ਼ਨ ਬਣਾਉਣੇ ਆ, ਕਦੇ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ। ਚੰਗੇ ਕੰਮ ਕਰੋ। ਦੇਖੋ ਚੰਗੇ ਕੰਮ ਦੀ ਸ਼ਾਬਾਸ਼ ਵੀ ਮਿਲਦੀ ਹੈ। ਇੱਕ ਵਾਰ ਕੋਈ ਭਾਈ ਸਾਹਿਬ ਬੈਂਕ 'ਚ ਗਏ, ਬੈਂਕ 'ਚ ਕੁਦਰਤੀ ਮੈਂ ਕਿ ਕਹਾਣੀ ਬਣਾਈ ਹੋਈ ਹੈ ਸਮਝ ਲਓ। ਉਹ ਬੈਂਕ 'ਚ ਗਏ, ਬੈਂਕ 'ਚ 에ਅਰ ਕੰਡੀਸ਼ਨ ਚੱਲਦਾ ਨਹੀਂ ਸੀਗਾ, ਜਿਹੜਾ ਉਹਨਾਂ ਦਾ ਜਨਰੇਟਰ ਸੀ ਉਹ ਕੰਮ ਨਹੀਂ ਕਰਦਾ ਸੀ, ਗਰਮੀ ਬਹੁਤ ਸੀ, ਜੂਨ ਜੁਲਾਈ ਦਾ ਮਹੀਨਾ ਸੀਗਾ। ਉਧਰੋਂ ਕੈਸ਼ੀਅਰ ਸਾਹਿਬ ਦੇ ਨਾਲ ਭੀੜ ਲੱਗੀ ਸੀ, ਹਰੇਕ ਬੰਦਾ ਕਹਿੰਦਾ ਛੇਤੀ ਛੇਤੀ ਸਾਨੂੰ ਪੈਸੇ ਦੇ ਦਿਓ ਜਾਂ ਜਮ੍ਹਾਂ ਕਰਾਉਣੇ ਨੇ। ਤੇ ਇਹ ਭਾਈ ਸਾਹਿਬ ਵੀ ਕੈਸ਼ੀਅਰ ਕੋਲ ਜਦੋਂ ਨੰਬਰ ਆਇਆ, ਇਹਨਾਂ ਨੇ ਇੱਕ ਚੈੱਕ ਕੱਟ ਕੇ ਦਿੱਤਾ ਲੱਖ ਰੁਪਈਏ ਦਾ। ਜਦੋਂ ਲੱਖ ਰੁਪਏ ਦਾ ਇਕੱਠਾ ਕੀਤਾ ਤੇ ਉਧਰੋਂ ਕੈਸ਼ੀਅਰ ਸਾਹਿਬ ਨੂੰ ਆ ਗਿਆ ਫੋਨ ਘਰੋਂ, ਉਹਦੀ ਘਰ ਵਾਲੀ ਦਾ, ਵਾਈਫ ਦਾ, ਕਿ ਮੁੰਡਾ ਬਿਮਾਰ ਹੈ ਜੀ। ਉਹਦੇ ਦਿਮਾਗ ਤੇ ਹੋਰ ਟੈਨਸ਼ਨ ਹੋ ਗਈ, ਉਧਰੋਂ ਗਰਮੀ, ਉਧਰੋਂ ਲੰਬੀ ਲਾਈਨ, ਉਧਰੋਂ ਜਨਾਨੀ ਦਾ ਫੋਨ। ਤੇ ਉਹਨੇ ਆਦਮੀ ਨੇ 500 ਦੀਆਂ 2 ਗੁੱਥੀਆਂ ਦੇ ਦਿੱਤੀਆਂ, 3 ਦੇ ਦਿੱਤੀਆਂ। ਕਹਿਣ ਦਾ ਮਤਲਬ ਚੈੱਕ ਲੱਖ ਦਾ ਸੀਗਾ, ਦੇਤਾ ਉਹਨੂੰ 1.5 ਲੱਖ। ਜਦੋਂ ਉਹਨਾਂ ਨੇ ਦੇਖਿਆ ਵੀ 3 ਗੁੱਥੀਆਂ ਦੇ ਦਿੱਤੀਆਂ, ਭਾਈ ਸਾਹਿਬ ਨੇ ਬੜਾ ਖੁਸ਼ ਹੋਏ। ਆਪਾਂ ਵੀ ਖੁਸ਼ ਹੁੰਦੇ ਆ,
ਹਜ਼ਾਰਾਂ ਜਿਹੜੇ ਬੰਦੇ ਕਹਿੰਦੇ ਨਾ ਬਹੁਤ ਅਸੂਲਾਂ ਦੇ ਬੰਦੇ ਨੇ, ਕਿਤੇ ਦੇ ਕੇ ਦੇਖ ਲਓ। ਮੈਂ ਤਾਂ ਕਹਿੰਦਾ ਗੁਰਦੁਆਰਾ ਸਾਹਿਬ ਮੰਦਿਰ 'ਚ ਤੁਸੀਂ ਜਾਂਦੇ ਹੋ, ਕਿਤੇ $5 ਸਿੱਟ ਕੇ ਦੇਖ ਲਓ। ਜਿਹੜੇ ਜਿੱਡੇ ਭਗਤ ਹੁੰਦੇ ਨੇ ਨਾ, 100 ਦੇ ਵਿੱਚੋਂ ਇੱਕ ਬੰਦਾ ਪੈਰ ਉੱਪਰ ਰੱਖ ਲੈਂਦਾ ਵੀ ਕਿਹੜਾ ਕਿਸੇ ਨੂੰ ਪਤਾ ਲੱਗਿਆ, ਚੁੱਪ ਕਰਕੇ ਜੇਬ 'ਚ ਪਾ ਲਓ। ਹਾਲਾਂਕਿ ਕਹਿੰਦੇ ਰੱਬ ਮੰਦਿਰ 'ਚ ਗੁਰਦੁਆਰੇ 'ਚ ਬੈਠਾ। ਇਹ ਸਾਡੀ ਫਿਤਰਤ ਹੈ। ਉਹ ਬੰਦੇ ਨੂੰ ਜਦੋਂ ਪਤਾ ਲੱਗਿਆ ਵੀ 3 ਗੁੱਥੀਆਂ ਦੇ ਦਿੱਤੀਆਂ, 50,000 ਮੈਨੂੰ ਵੱਧ ਦਿੱਤਾ, ਪਹਿਲਾਂ ਤਾਂ ਖੁਸ਼ ਹੋਇਆ, ਕਿਉਂਕਿ ਮਨ ਹੈ ਨਾ ਨੈਗੇਟਿਵ ਤੇ ਪੋਜ਼ਿਟਿਵ, ਆਤਮਾ ਤੇ ਮਨ ਕਹਿੰਦਾ ਹੈ ਲੈ ਵੀ ਲੱਗੀ ਲਾਟਰੀ, ਇਹ ਤਾਂ ਮਹੀਨੇ ਦੀ ਤਨਖਾਹ ਸੀ, ਆਪਾਂ ਤਾਂ ਮੌਜ ਲੱਗ ਗਈ, ਹੁਣ ਆਪਾਂ ਜਵਾਕਾਂ ਨੂੰ ਕੱਪੜੇ ਲੈ ਕੇ ਦੇਵਾਂਗੇ ਨਾ, ਤੇ ਆਪਾਂ ਕਿਤੇ ਘੁੰਮ ਫਿਰ ਆਵਾਂਗੇ, 50,000 ਬਣ ਗਿਆ ਮੁਫਤ ਦਾ। ਫਿਰ ਆਤਮਾ ਨੇ ਕਿਹਾ ਨਹੀਂ ਨਹੀਂ ਨਹੀਂ, ਤੂੰ ਤਾਂ ਆਪਣੀ ਐਸ਼ ਕਰ ਲੇਂਗਾ। ਵਿਚਾਰਾ ਉਹ ਗਰੀਬ ਜਿਹੜਾ ਕੈਸ਼ੀਅਰ ਹੈ, ਉਹ ਤਾਂ ਤਨਖਾਹ ਤੇ ਹੀ ਹੈ। ਜਦੋਂ ਸ਼ਾਮ ਨੂੰ 50,000 ਦਾ ਘਾਟਾ ਪਿਆ ਤੇ ਬੈਂਕ ਵਾਲਿਆਂ ਨੇ ਉਹਦੇ ਕੋਲ ਲੈ ਲੈਣੇ, ਉਹਦੀ ਤਨਖਾਹ ਚੋਂ ਕੱਟ ਲੈਣੇ, ਉਹਦਾ ਵਿਚਾਰਾ ਕਿੰਨਾ ਨੁਕਸਾਨ ਹੋਊਗਾ, ਕਿੰਨਾ ਰੋਊਗਾ। ਉਹਦੇ ਵੀ ਤਾਂ ਬੱਚੇ ਨੇ। ਫੇਰ ਮਨ ਨੇ ਦੂਜੇ ਪਾਸੇ ਨੂੰ ਕਹਿਤਾ, ਕਹਿੰਦਾ ਬੱਚੇ ਨੇ, ਮੈਂ ਕਿਹੜਾ ਕੋਈ ਚੋਰੀ ਕੀਤੀ, ਠੱਗੀ ਉਹਨੇ ਆਪਣੀ ਮਰਜ਼ੀ ਨਾਲ ਦਿੱਤੀ ਹੈ, ਜਿਹੋ ਜਿਹੀ ਕੀਤੀ ਹੈ ਮਰਜ਼ੀ ਨਾਲ ਉਹ ਆਪੀ ਭਰੂ। ਸੋ ਨੈਗੇਟਿਵ ਐਂਡ ਪੋਜ਼ਿਟਿਵ ਵਿਚਾਰ ਚੱਲਦੇ ਰਹੇ। ਅਖੀਰ ਦੇ ਵਿੱਚ ਆਤਮਾ ਨੇ ਜ਼ੋਰ ਮਾਰਿਆ ਉਹਨੂੰ ਵੀ ਗਲਤ ਗੱਲ ਹੈ, ਜੇ ਕੱਲ ਨੂੰ ਤੇਰੇ ਨਾਲ ਹੋ ਜਾਏ ਤੂੰ ਵੀ ਤਾਂ ਤਕਲੀਫ ਮੰਨੇਗਾ, ਇਸ ਕਰਕੇ ਤੇਰਾ ਕੋਈ ਹੱਕ ਨਹੀਂ, ਤੂੰ ਪੈਸੇ ਵਾਪਸ ਕਰਕੇ ਆ। ਜਦੋਂ ਉਹਦੇ ਆਤਮਾ ਨੇ ਜ਼ੋਰ ਮਾਰਿਆ ਤਾਂ ਉਹ ਬੈਂਕ 'ਚ ਵਾਪਸ ਚਲਿਆ ਗਿਆ। ਜਾਣ ਲਈ ਰਸਤੇ 'ਚ ਆਉਂਦੀ ਸੀ ਇੱਕ ਹਲਵਾਈ ਦੀ ਦੁਕਾਨ, ਤੇ ਉਹਨੇ ਉੱਥੋਂ ਮਠਿਆਈ ਦਾ ਡੱਬਾ ਲੈ ਲਿਆ। ਜਦੋਂ ਮਠਿਆਈ ਦਾ ਡੱਬਾ ਲੈ ਲਿਆ ਤੇ ਉਹ ਬੈਂਕ 'ਚ ਗਿਆ, ਤੇ ਬੈਂਕ 'ਚ ਜਾ ਕੇ ਕੈਸ਼ੀਅਰ ਨੂੰ ਕਹਿੰਦੇ ਭਾਈ ਸਾਹਿਬ ਮੈਂ ਤੁਹਾਨੂੰ ਲੱਖ ਰੁਪਏ ਦਾ ਚੈੱਕ ਦਿੱਤਾ। ਕਹਿੰਦਾ ਹਾਂਜੀ ਮੈਨੂੰ ਯਾਦ ਹੈ, 10-15 ਮਿੰਟ ਪਹਿਲਾਂ ਤੁਸੀਂ ਲੱਖ ਰੁਪਏ ਦਿੱਤੇ, ਮੈਂ ਤੁਹਾਨੂੰ ਲੱਖ ਦਿੱਤਾ। ਕਹਿੰਦਾ ਨਹੀਂ 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 ਨਹੀਂ, ਤੁਸੀਂ ਮੈਨੂੰ 500 ਦੀਆਂ 3 ਗੁੱਟੀਆਂ ਦਿੱਤੀਆਂ, 1.5 ਲੱਖ ਰੁਪਇਆ ਦਿੱਤਾ। ਆਹ ਲਓ ਆਪਣਾ 50,000, ਮੈਂ ਇਸ ਕਰਕੇ ਮੋੜਨ ਆਇਆ। ਉਹ ਕੈਸ਼ੀਅਰ ਬੜਾ ਹੀ ਖੁਸ਼ ਹੋਇਆ। ਉਹ ਕਹਿੰਦਾ ਅੱਛਾ ਜੀ, ਥੈਂਕਸ ਤੁਹਾਡਾ ਬਹੁਤ ਬਹੁਤ। ਲੋਕ ਤਾਂ ਕਹਿੰਦੇ ਨੇ ਇਮਾਨਦਾਰੀ ਦੁਨੀਆ 'ਚ ਹੈ ਨਹੀਂ, ਪਰ ਕੁਛ ਲੋਕ ਤਾਂ ਇਮਾਨਦਾਰ ਹੈਗੇ, ਤੁਸੀਂ ਉਹਨਾਂ 'ਚ ਇੱਕ ਹੋ। ਉਹਨੇ 500 ਰੁਪਏ ਦਾ ਨੋਟ ਕੱਢਿਆ ਤੇ ਉਹਨੂੰ ਕਹਿੰਦਾ ਲਓ ਜੀ 500 ਰੁਪਇਆ ਮੈਂ ਖੁਸ਼ ਹੋ ਕੇ ਇਨਾਮ ਦਿੰਦਾ ਤੁਹਾਨੂੰ। ਉਹ ਕਹਿੰਦਾ ਜੀ ਇਹ ਕਾਹਦੇ ਲਈ? ਕਹਿੰਦਾ ਦੇਖੋ ਮੇਰਾ 50,000 ਦਾ ਨੁਕਸਾਨ ਹੋ ਜਾਣਾ ਸੀਗਾ, ਮੈਨੂੰ ਸ਼ਾਮ ਨੂੰ ਭਰਨੇ ਪੈਣੇ ਸੀ, ਮੇਰੇ ਵੀ ਛੋਟੇ ਛੋਟੇ ਬਾਲ ਬੱਚੇ ਨੇ, ਤੁਸੀਂ ਇੰਨੇ ਚੰਗੇ ਹੋ, ਮੇਰਾ 50,000 ਦਾ ਨੁਕਸਾਨ ਬਚਾਤਾ, ਮੈਂ ਤੁਹਾਨੂੰ ਖੁਸ਼ ਹੋ ਕੇ 500 ਰੁਪਇਆ ਇਨਾਮ ਦਿੰਦਾ। ਤੁਸੀਂ ਜਾਂਦੇ ਹੋਏ ਨਾ ਇਹਦੀ ਮਠਿਆਈ ਲੈ ਕੇ ਘਰਦਿਆਂ ਨੂੰ, ਯਾਰਾਂ ਦੋਸਤਾਂ ਨੂੰ ਖਵਾ ਦਿਓ ਵੀ ਮੈਂ ਖੁਸ਼ ਹੋ ਕੇ ਦੇ ਰਿਹਾ। ਜਦੋਂ ਉਹਨੇ ਕਿਹਾ ਕੈਸ਼ੀਅਰ ਨੇ ਮੈਂ ਖੁਸ਼ ਹੋ ਕੇ ਦੇ ਰਿਹਾ 500 ਰੁਪਏ ਦੀ, ਤੁਸੀਂ ਮਠਿਆਈ ਲੈ ਜਾਓ, ਉਹ ਭਾਈ ਸਾਹਿਬ ਨੇ ਆਪਣਾ ਡੱਬਾ ਝੋਲੇ 'ਚੋਂ ਕੱਢਿਆ, ਕਹਿੰਦਾ ਲਓ ਜੀ ਮਠਿਆਈ, ਤੁਸੀਂ ਸਾਰੇ ਹੀ ਖਾਓ, ਬਾਕੀਆਂ ਨੂੰ ਵੀ ਦੇਤੀ। ਉਹ ਸਭ ਹੈਰਾਨ ਹੋਇਆ ਕੈਸ਼ੀਅਰ, ਕਹਿੰਦਾ ਭਾਈ ਸਾਹਿਬ ਨੁਕਸਾਨ ਤਾਂ ਮੇਰਾ ਬਚਿਆ ਤੇ ਤੁਸੀਂ ਮਠਿਆਈ ਕਿਹੜੀ ਖੁਸ਼ੀ 'ਚ ਖਿਲਾ ਰਹੇ ਹੋ? ਉਹ ਕਹਿੰਦਾ ਮੈਂ ਮਠਿਆਈ ਇਸ ਕਰਕੇ ਖਿਲਾ ਰਿਹਾ ਕਿਉਂਕਿ ਅੱਜ ਮੇਰਾ ਈਮਾਨ ਬਚ ਗਿਆ, ਅੱਜ ਮੇਰੀ ਸੱਚਾਈ ਦੀ ਜਿੱਤ ਹੋਈ ਹੈ, ਅੱਜ ਮੈਂ ਆਪਣੀ ਆਤਮਾ ਦੀ ਆਵਾਜ਼ ਸੁਣੀ ਹੈ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕੰਮ, ਕੁਝ ਅੱਛਾ ਕੰਮ ਕਰ ਲੋ, 4 ਦਿਨ ਕੀ ਜ਼ਿੰਦਗਾਨੀ ਮੇਂ। ਜਿਹੜੇ ਅਸੀਂ ਪੈਸੇ ਇਕੱਠੇ ਕਰੀਏ ਨੇ, ਮੈਂ ਦੇਖਿਆ ਬੰਦਿਆਂ ਨੂੰ, ਬਹੁਤ ਬੰਦਿਆਂ ਨੂੰ 10,000 ਰੁਪਈਆ ਦੇਣਾ ਹੋਵੇ 20,000 ਨੂੰ ਚੁੱਪ ਕਰ ਜੇ, ਮੂੰਹ ਹੀ ਸੀ ਲਾਂਦੇ ਨੇ ਵੀ ਬੋਲੋ ਨਾ, ਲੈ ਗਏ ਆਪਾਂ, ਵੀ ਹੁਣ ਉਹਦੀ ਕਸੂਰ ਹੈ। ਸੋ ਇਹ ਨਹੀਂ ਪਤਾ ਵੀ ਤੁਹਾਨੂੰ ਭਰਨਾ ਪਊਗਾ। ਕੁਝ ਆਪਣੇ ਅਸੂਲ ਬਣਾਓ ਵੀ ਯਾਰ ਮੇਰਾ ਪੈਸਾ ਹੈ ਨਹੀਂ, ਮੈਂ ਆਈ ਡੋਂਟ ਡਿਜ਼ਰਵ ਇਟ, ਮੇਰਾ ਨਹੀਂ, ਉਹਨੂੰ ਵਾਪਸ ਕਰੋ। ਜਦੋਂ ਤੁਸੀਂ ਵਾਪਸ ਕਰੋਗੇ ਤੁਹਾਡੀ ਆਤਮਾ ਨੂੰ ਦੇਖੋ ਕਿੰਨੀ ਖੁਸ਼ੀ ਹੁੰਦੀ ਹੈ। ਦੇਖੋ ਮੈਂ ਡੈਥ ਦੇ ਬਾਰੇ ਇੱਕ ਗੱਲ ਕਹਿਣਾ ਕਿ ਡੈਥ ਤਾਂ ਆਉਣੀ ਆਉਣੀ ਹੈ, ਪਰ ਜ਼ਿੰਦਗੀ ਦੇ ਵਿੱਚ ਇੱਕ ਆਪਣਾ ਫਾਰਮੂਲਾ ਬਣਾ ਲਓ ਡੈਥ ਦੇ ਬਾਰੇ। ਕੀ? ਹੋਪ ਫਾਰ ਦਾ ਬੈਸਟ, ਪ੍ਰਪੇਅਰ ਫਾਰ ਦਾ ਬੈਸਟ। ਹੋਪ ਫਾਰ ਦਾ ਬੈਸਟ, ਪ੍ਰਪੇਅਰ ਫਾਰ ਦਾ ਵਰਸਟ। ਕਿ ਹਮੇਸ਼ਾ ਚੰਗਾ ਸੋਚੋ, ਪਰ ਜਿਹੜਾ ਮਾੜਾ ਟਾਈਮ ਆਉਣਾ ਨਾ, ਮੌਤ ਆਉਣੀ ਆ, ਉਹਦੇ ਲਈ ਤਿਆਰੀ ਕਰ ਲਓ। ਜਿਸ ਤਰ੍ਹਾਂ ਜੇ ਹੁਣ ਆਪਾਂ ਇੰਡੀਆ ਪਾਕਿਸਤਾਨ ਜਾਣਾ ਹੋਵੇ, ਕਰੂਜ਼ ਤੇ ਜਾਣਾ ਹੋਵੇ, ਜਾਂ ਆਪਾਂ IAS IPS ਦੇ ਐਗਜ਼ਾਮ ਕਲੀਅਰ ਕਰਨੇ ਹੋਣ, ਕੋਈ ਯੂਨੀਵਰਸਿਟੀ ਦੇ ਐਗਜ਼ਾਮ ਦਿੰਨੇ ਆ, ਸਾਨੂੰ ਪਤਾ ਵੀ ਉਦੋਂ ਫੇਲ ਨਾ ਹੋ ਜਾਈਏ, ਉਦੋਂ ਇੰਡੀਆ ਜਾਈਏ ਕੋਈ ਲੈਣ ਹੀ ਨਾ ਆਵੇ, ਏਅਰਪੋਰਟ ਤੇ ਨਾ ਅਸੀਂ ਖਰਾਬ ਹੋਈਏ। ਅਸੀਂ ਕਰੂਜ਼ 'ਚ ਜਾਂਦੇ ਹਾਂ, ਸਾਨੂੰ ਕਰੂਜ਼ ਵਾਲੇ ਬਿਠਾਉਣ ਹੀ ਨਾ, ਫਿਰ ਸਾਡਾ ਟਾਈਮ ਵੇਸਟ ਹੋਊਗਾ, ਪੈਸੇ ਬਰਬਾਦ ਹੋਣਗੇ। ਉਹ ਜਿਹੜਾ ਬੁਰਾ ਸਮਾਂ ਉਹਦੇ ਲਈ ਅਸੀਂ ਤਿਆਰੀ ਕੀ ਕਰਦੇ ਹਾਂ? ਜੇ ਇੰਡੀਆ ਪਾਕਿਸਤਾਨ ਜਾਣਾ, ਅਸੀਂ ਪਹਿਲਾਂ 에ਅਰ ਟਿਕਟ ਲੈਂਦੇ ਹਾਂ, ਫਿਰ ਅਸੀਂ ਸੋਚਦੇ ਹਾਂ ਵੀ ਟੈਚੀ ਦੇ ਵਿੱਚ ਕਿਹੜੇ ਕਿਹੜੇ ਦਿਨ ਦੇ ਕਿਹੜੇ ਕੱਪੜੇ ਪਾਉਣੇ, ਗਿਫਟਾਂ ਕਿਹੜੀਆਂ ਲੈ ਕੇ ਆਉਣੀਆਂ, ਬਰਸ਼ ਪਾਉਣਾ, ਸਿਰ ਦੇ ਕੰਘਾ ਪਾਉਣਾ, ਸ਼ੂਜ਼ ਪਾਉਣੇ, ਚੱਪਲਾਂ ਪਾਉਣੀਆਂ, ਪਜਾਮਾ ਪਾਉਣਾ। ਤੇ ਜੇ ਕਰੂਜ਼ 'ਚ ਇਹਨਾਂ ਸਮਾਨ ਦੀ ਤਿਆਰੀ ਕਰਦੇ ਹਾਂ, ਜੇ ਐਗਜ਼ਾਮ ਦੇਣੇ ਨੇ ਤਾਂ ਆਪਾਂ ਦੇਖਣਾ ਵੀ ਆਹ ਵੀ ਬੁੱਕ ਪੜ੍ਹ ਲਈ, ਆਹ ਵੀ ਪੜ੍ਹ ਲਈ, ਆਹ ਵੀ ਪੜ੍ਹ ਲਈਏ, ਕੱਲ ਨੂੰ ਇਹ 'ਚੋਂ ਨਾ ਐਗਜ਼ਾਮ ਆ ਜੇ, ਕਿਤੇ ਫੇਲ ਹੋ ਗਿਆ ਫਿਰ ਸਾਡਾ ਸਾਲ ਬਰਬਾਦ ਹੋ ਜਾਊਗਾ। ਇਸੇ ਤਰ੍ਹਾਂ ਹੀ ਮੌਤ ਦੇ ਬਾਰੇ ਵੀ ਸਾਨੂੰ ਤਿਆਰੀ ਕਰ ਲੈਣੀ ਚਾਹੀਦੀ ਹੈ। ਮੌਤ ਦੇ ਬਾਰੇ ਤਿਆਰੀ ਕੀ ਕਰੋ ਕਿ ਬਾਅਦ ਦੇ ਵਿੱਚ ਹਸਪਤਾਲਾਂ ਨੂੰ ਲੰਬੇ ਪੈਣ ਨਾਲੋਂ ਚੀਕਾਂ ਮਾਰ ਕੇ ਆਪਣੀ ਮੌਤ ਜਿਹੜੀ ਆਵੇ, ਉਸ ਤੋਂ ਵਧੀਆ ਗੱਲ ਇਹ ਹੈ ਕਿ ਉਦੋਂ ਸਾਨੂੰ ਪਛਤਾਉਣਾ, ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗੀ ਖੇਤ, ਫੇਰ ਪਛਤਾਉਣ ਦਾ ਫਾਇਦਾ ਨਹੀਂ ਹੈ। ਕਿਉਂਕਿ ਸਾਡੀ ਜਿਹੜੀ ਜ਼ਿੰਦਗੀ ਹੈ ਨਾ, ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਨ ਫਲ ਪਕ ਪੋਏ ਗਰੇ, ਬਹੁਰ ਨਾ ਲਾਗੇ ਡਾਰ, ਮਰਤਾ ਮਰਤਾ ਜਗ ਮੁਆ, ਮਰਨ ਨਾ ਜਾਣੇ ਕੋਏ,
ऐसी मरनी जो मरे बहुत जन्म ना होए। लोग मरी जाते ने मरी जाते ने मरी जाते ने, फ्यूनरल होम भरे पे ने, पर कोई बिरला हुंदा जिन्होंने पता हुंदा कि मौत की है। जिहड़ा मौत नूं समझ लैंदा ना, वो फिर बार बार मौत नहीं हुंदा, फिर वो परमात्मा दे नाल सीधा ਉਹਦਾ मिलाप हो जाता है। कौन कहता है कि आशिक मर गए, कैद से छूटे वो अपने घर गए। ਜਿਹੜੇ ਬੰਦੇ ਜਿਉਂਦੇ ਜੀ परमात्मा ਨਾਲ मिलाप कर ਲੈਂਦੇ ਨੇ ਨਾ, ਉਹ ਜਿਹੜਾ ਹੈਗਾ ਉਹ ਫਿਰ मौत ਤੋਂ ਡਰਦੇ ਨਹੀਂ ਤੇ ਉਹ ਵਾਪਸ ਵੀ ਦੁਨੀਆ 'ਚ ਜਨਮ ਨਹੀਂ ਲੈਂਦੇ। ਦੇਖੋ ਕਈ ਵਾਰੀ ਅਸੀਂ ਚਲਾਕੀਆਂ ਬਹੁਤ ਕਰਦੇ ਹਾਂ। ਕਈ ਸੋਚਦੇ ਨੇ ਕਿ ਮੌਤ ਨੂੰ ਅਸੀਂ ਬਦਲ ਸਕਦੇ ਹਾਂ। ਮੌਤ ਨੂੰ ਬਿਲਕੁਲ ਨਹੀਂ ਬਦਲ ਸਕਦੇ, ਜਿੰਨੀ ਮਰਜ਼ੀ ਟਰਾਈ ਕਰ ਲਓ, ਇਹ ਪੱਥਰ ਤੇ ਲਕੀਰ ਹੈ। ਕਹਿੰਦੇ ਨੇ ਇੱਕ ਵਾਰ ਕੋਈ ਵਪਾਰੀ ਸੀ, ਸੇਠ ਸੀਗਾ, ਉਹਨੂੰ ਮੌਤ ਦੇ ਜਮਦੂਤ ਲੈਣ ਆ ਗਏ। ਜਦੋਂ ਆਏ ਉਹਨੂੰ ਕਹਿੰਦੇ ਸੇਠ ਸਾਹਿਬ 15 ਮਿੰਟ ਨੇ, ਚਲੋ ਤੁਹਾਡੀ ਮੌਤ ਦਾ ਸਮਾਂ ਆ ਗਿਆ। ਉਹ ਕਹਿੰਦਾ ਹੈ ਹਾਲੇ ਤਾਂ ਮੈਂ ਬੱਚੇ ਪਾਲਣੇ ਨੇ, ਮੈਂ ਤਾਂ ਹਲੇ ਜਵਾਨ ਹਾਂ, ਹਾਲੇ ਤਾਂ ਮੈਂ ਰਿਟਾਇਰ ਵੀ ਨਹੀਂ। ਉਹ ਕਹਿੰਦਾ ਸਾਨੂੰ ਨਹੀਂ ਪਤਾ, ਧਰਮਰਾਜ ਨੇ ਆਰਡਰ ਕਰਤਾ, ਸਾਨੂੰ ਲਿਸਟ ਫੜਾਈ ਹੈ ਤੇ ਤੁਹਾਡਾ ਨਾਂ ਹੈ, ਆਹ ਦੇਖ ਲਓ, ਤੇ ਕਰਤਾਰ ਸਿੰਘ ਰੁਲਦੂ ਰਾਮ, ਤੇ ਤੁਸੀਂ 15 ਮਿੰਟ ਤੁਹਾਨੂੰ ਟਾਈਮ ਹੈ, ਤੁਸੀਂ ਬਸ ਅਸੀਂ ਤੁਹਾਨੂੰ ਲੈ ਜਾਣਾ। ਉਹ ਬੰਦਾ ਸ਼ੈਤਾਨ ਸੀਗਾ। ਉਹ ਕਹਿੰਦਾ ਕੋਈ ਨਹੀਂ ਜੀ, ਉਹਨੂੰ ਪਤਾ ਵੀ ਲੈ ਕੇ ਤਾਂ ਜਾਣਾ ਹੀ ਜਾਣਾ। ਉਹ ਕਹਿੰਦਾ ਮਹਾਰਾਜ ਜਮਦੂਤਾਂ ਨੂੰ ਕਹਿੰਦਾ ਤੁਸੀਂ ਹੁਣ ਸਾਡੇ ਘਰ ਚੱਲ ਕੇ ਆਏ ਹੋ, ਤੁਸੀਂ ਸੇਵਾ ਤਾਂ ਕਰਵਾ ਲਓ, ਤੁਸੀਂ ਬੈਠੋ, ਮੈਂ ਤੁਹਾਨੂੰ ਚਾਹ ਚੂ ਪਿਲਾਉਣਾ। ਉਹ ਜਮਦੂਤ ਬੜੇ ਹੈਰਾਨ ਹੋਏ ਵੀ ਸਾਨੂੰ ਤਾਂ ਲੋਕ ਚੀਕਾਂ ਮਾਰਦੇ ਨੇ, ਮੇਰੀ ਸੇਵਾ ਕਰਦਾ। ਕਹਿੰਦਾ ਚਲੋ ਮਾਤ ਲੋਕ 'ਚ ਦੁਨੀਆ 'ਚ ਆਏ ਆ। ਕਹਿੰਦਾ ਠੀਕ ਆ, ਚਾਹ ਪੀ ਲਾਂਗੇ। ਉਹ ਸੇਠ ਚਾਹ ਬਣਾਉਣ ਗਿਆ, ਉਹਨੇ ਸ਼ੈਤਾਨੀ ਆਈ, ਉਹਨੇ 4 ਨਸ਼ੇ ਦੀਆਂ ਗੋਲੀਆਂ ਪਾਤੀਆਂ ਵੀ ਇਹ ਸੌਂ ਜਾਊਗਾ ਤੇ ਇਹਨਾਂ ਨੂੰ 15 ਮਿੰਟ ਟਾਈਮ ਨਿਕਲ ਗਏ। ਤੇ ਫਿਰ ਮੈਂ ਕਹੂੰ ਜੀ ਭਾਈ ਸਾਹਿਬ ਉਹਦਾ 15 ਮਿੰਟ ਚੱਕਣਾ ਸੀ, ਤੁਹਾਡਾ ਟਾਈਮ ਨਿਕਲ ਗਿਆ, ਹੁਣ ਤਾਂ ਮੈਂ 10-20 ਸਾਲ ਹੋਰ ਜੀਣਾ। ਚਲਾਕੀ ਕੀਤੀ ਉਹ ਜੀ, ਉਹਨੂੰ ਗੋਲੀਆਂ ਪਾ ਕੇ ਦੇਤੀਆਂ ਤੇ ਉਹਨੂੰ ਸੋਫੇ ਤੇ ਬਿਠਾਤਾ, ਲੱਤਾਂ ਘੁੱਟਣ ਲੱਗ ਗਿਆ। ਇੰਨੇ ਨੂੰ ਚਲਾਕੀ ਕੀ ਕੀਤੀ ਉਹਨੇ, ਉਹ ਧਰਮਰਾਜ ਦੀ ਜਿਹੜੀ ਉਹ ਜਮਦੂਤਾਂ ਦੀ ਲਿਸਟ ਫੜੀ ਵੀ ਸੀਗੀ, ਉਹਦੇ ਨਾਲ ਪੈਨਸਲ ਨਾਲ ਚੱਕ ਕੇ ਕਾਟਾ ਮਾਰ ਕੇ ਰਬੜ ਦੇ ਨਾਲ ਮਟੇ ਕੇ ਆਪਣਾ ਨਾਂ ਜਿਹੜਾ ਲਿਖਿਆ ਸੀ ਉਹ ਸਭ ਤੋਂ ਥੱਲੇ ਲਿਖਤਾ ਵੀ ਜਦੋਂ ਉਹਨੂੰ ਹੋਸ਼ ਆਊਗੀ ਮੈਂ ਕੋਈ ਮੇਰਾ ਨਾਂ ਤਾਂ ਸਭ ਤੋਂ ਥੱਲੇ ਆ, ਮੈਨੂੰ ਤਾਂ ਬਾਅਦ ਚ ਲੈ ਜਾਣਾ, ਹੁਣ ਥੋੜਾ ਉਹਨੇ ਤੂੰ ਗਲਤ ਦੇਖ ਲਈ। ਤੇ ਜਦੋਂ ਕਹਿੰਦੇ ਜਮਦੂਤ ਦੀ ਅੱਖ ਖੁੱਲੀ, ਉਹਨੇ ਦੇਖਿਆ ਲੱਤਾਂ ਘੁੱਟ ਰਿਹਾ ਸੇਠ ਸਾਹਿਬ, ਨਾਲੇ ਚਾਹ ਪਿਲਾਈ ਹੈ। ਉਹ ਕਹਿੰਦਾ ਸੇਠ ਸਾਹਿਬ ਮੈਂ ਬਹੁਤ ਖੁਸ਼ ਹਾਂ ਤੁਹਾਡੇ ਤੇ, ਮੈਂ ਜ਼ਿੰਦਗੀ ਦੇ ਵਿੱਚ ਦੇਖਿਆ ਹੀ ਨਹੀਂ ਕੋਈ ਬੰਦਾ ਜਮਦੂਤਾਂ ਦੀ ਵੀ ਸੇਵਾ ਕਰਦਾ ਹੋਵੇ। ਤੂੰ ਸਾਨੂੰ ਚਾਹ ਵੀ ਪਿਲਾਈ, ਸੋਫੇ ਤੇ ਬਿਠਾਇਆ, ਲੱਤਾਂ ਵੀ ਕੁੱਟੀਆਂ। ਹਾਂ ਧਰਮਰਾਜ ਨੇ ਸਾਨੂੰ ਲਿਸਟ ਦਿੱਤੀ ਹੈ ਵੀ ਆਹ ਬੰਦਿਆਂ ਨੂੰ ਲੈ ਆਓ, ਹੁਣ ਮੇਰੀ ਹੈ, ਮੈਂ ਲਿਸਟ ਨੂੰ ਪੁੱਠੀ ਕਰ ਦੇਣਾ, ਮੈਂ ਸਭ ਤੋਂ ਅਖੀਰਲੇ ਬੰਦੇ ਨੂੰ ਪਹਿਲਾਂ ਲੈ ਜਾ, ਤੈਨੂੰ ਤੇਰੇ ਆ ਜਾਂਦੇ ਨਾਲ ਟਾਈਮ ਵੱਜ ਜੂਗਾ ਕਿ ਤੂੰ ਸਾਡੀ ਸੇਵਾ ਕੀਤੀ ਹੈ। ਕਿਉਂਕਿ ਸੇਠ ਨੇ ਕੀਤੀ ਸੀ ਚਲਾਕੀ, ਉੱਪਰੋਂ ਨੂੰ ਕੱਟ ਕੇ ਥੱਲੇ ਲਿਖਤਾ ਸੀ, ਉਹ ਜਮਦੂਤ ਦਾ ਥੱਲੇ ਨਾਂ ਵੀ ਉਹਦਾ ਹੀ ਆ ਗਿਆ। ਸੋ ਕਹਿਣ ਦਾ ਮਤਲਬ ਜਿੰਨੀਆਂ ਮਰਜ਼ੀ ਚਲਾਕੀਆਂ ਕਰ ਲਓ, ਲੰਬੇ ਸਾਹ ਘੜੀਸ ਲਓ, ਕੁਛ ਕਰ ਲਓ, ਜਿਹੜਾ ਮੌਤ ਦਾ ਸਮਾਂ ਨਾ ਉਹ ਨਿਸ਼ਚਿਤ ਹੈ। ਇਸ ਕਰਕੇ ਜਦੋਂ ਸਮਾਂ ਨਿਸ਼ਚਿਤ ਹੈ ਤਾਂ ਫਿਰ ਕਿਉਂ ਨਾ ਅਸੀਂ ਮੌਤ ਨੂੰ ਸਮਝ ਲਈਏ। ਜਿਉਂਦੇ ਜੀ ਮਰਨਾ, ਜਿਵੇਂ ਗੁਰਦੁਆਰਾ ਸਾਹਿਬ 'ਚ ਅਸੀਂ ਜਾਂਦੇ ਹਾਂ, ਜਦੋਂ ਕੁਝ ਬੰਦੇ ਦਾ ਭੋਗ ਪੈਂਦਾ ਨਾ, ਉੱਥੇ ਅਖੀਰ 'ਚ ਤੁਕ ਪੜ੍ਹੀ ਜਾਂਦੀ ਹੈ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਈ ਲੋਕ ਇਹ ਭੁਲੇਖੇ 'ਚ ਵੀ ਬੰਦਾ ਮਰ ਗਿਆ ਹੁਣ ਇਹਨੂੰ ਆਨੰਦ ਆ ਜੂਏ, ਪਰਮਾਤਮਾ ਨਾਲ ਵਾਹਿਗੁਰੂ ਨਾਲ ਮਿਲ ਜੂ, ਇਹਦਾ ਮਤਲਬ ਬਿਲਕੁਲ ਨਹੀਂ, ਠੰਡੇ ਦਿਲ ਨਾਲ ਸੋਚੋ। ਕਬੀਰ ਸਾਹਿਬ ਨੇ ਕਿਹਾ ਜਿਸ ਮਰਨੇ ਤੇ ਜਗ ਡਰੇ, ਲੋਕ ਮੌਤ ਤੋਂ ਡਰਦੇ ਨੇ, ਮੇਰੇ ਮਨ ਆਨੰਦ, ਉਸ ਟਾਈਮ ਮੈਨੂੰ ਆਨੰਦ ਹੈ। ਕਿਉਂ ਆਨੰਦ ਹੈ? ਕਿਉਂਕਿ ਮੈਂ ਮਰਨ ਦਾ ਢੰਗ ਸਿੱਖ ਲਿਆ, ਮੈਨੂੰ ਮੌਤ ਦਾ ਤਜਰਬਾ ਹੋ ਗਿਆ, ਮੈਨੂੰ ਮੌਤ ਦਾ ਅਹਿਸਾਸ ਹੋ ਗਿਆ ਕਿ ਮੌਤ ਕਹਿੰਦੇ ਕਿਹਨੂੰ ਨੇ। ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਕਿ ਮੈਂ ਰੋਜ਼ ਮਰਦਾ ਤੇ ਇਸ ਕਰਕੇ ਮੈਂ ਬੜਾ ਖੁਸ਼ ਬਾਗੋ ਬਾਗ ਰਹਿਣਾ, ਪੂਰਨ ਮੈਨੂੰ ਸ਼ਾਂਤੀ ਹੁੰਦੀ ਹੈ। ਦੇਖ ਲਓ ਮਰਨ ਤੋਂ ਬਾਅਦ ਕੋਈ ਆ ਕੇ ਦੱਸ ਕੇ ਗਿਆ ਕਿ ਮੈਂ ਵਾਹਿਗੁਰੂ ਨਾਲ ਪਰਮਾਤਮਾ ਨਾਲ ਮਿਲ ਗਿਆ। ਨਾਮਦੇਵ ਭਗਤ ਨੇ ਕਿਹਾ ਸੀ ਨਾਓ ਐਂਡ ਨੈਵਰ, ਜਾਂ ਤਾਂ ਹੁਣੀ ਤੁਹਾਨੂੰ ਮੁਕਤੀ ਮਿਲੂਗੀ ਜਾਂ ਕਦੇ ਵੀ ਨਹੀਂ ਮਿਲਦੀ, ਮਰਨ ਤੋਂ ਬਾਅਦ ਨਹੀਂ ਮਿਲਣੀ ਤੁਹਾਨੂੰ, ਜਿਉਂਦੇ ਜੀ ਮਿਲੂਗੀ। ਜਿਵੇਂ ਕਿ ਬੁੱਲੇ ਸ਼ਾਹ ਨੇ ਕਿਹਾ ਸੀ ਨਾ, ਜੇ ਤੂੰ ਮਰੇ ਮਰਨ ਤੋਂ ਪਹਿਲਾਂ ਮਰਨੇ ਦਾ ਮੁੱਲ ਪਾਏਗਾ। ਜਦੋਂ ਮਰ ਗਿਆ ਨਾ, ਮਰਨ ਤੋਂ ਪਹਿਲਾਂ ਤੂੰ ਮਰਨਾ ਸਿੱਖ ਲੈ, ਫਿਰ ਤੈਨੂੰ ਮੌਤ ਦੀ ਵੈਲਿਊ ਪਤਾ ਲੱਗੇਗੀ। ਜੀਸਸ ਕ੍ਰਾਈਸਟ ਨੇ ਕਿਹਾ ਸੀ ਆਈ ਕੈਨ ਬੀ ਇਨ ਦਾ ਬੋਡੀ ਐਂਡ ਲੀਵ ਦਾ ਬੋਡੀ ਵੈਨ ਐਵਰ ਵਾਂਟ ਟੂ, I can leave the body and stay in the body whenever ਮੈਂ ਇਸ ਸਰੀਰ ਦੇ ਵਿੱਚ ਆਪਣੀ ਆਤਮਾ ਜਦੋਂ ਚਾਹਾਂ ਰੱਖ ਲਾਂ ਤੇ ਜਦੋਂ ਚਾਹੇ ਖਾਲੀ ਕਰਦਾ, ਮੇਰੀ ਮਰਜ਼ੀ ਹੈ। ਸੇਂਟ ਪੌਲ ਨੇ ਬਾਈਬਲ 'ਚ ਕਿਹਾ ਆਈ ਡਾਈ ਡੇਲੀ। ਜਿਹੜੇ ਬੰਦੇ ਰੋਜ਼ ਮਿਹਨਤ ਕਰਕੇ ਥਰਡ ਆਈ ਤੋਂ ਆਪਣੀ ਡਿਵਾਈਨ ਮੈਲੋਡੀ ਸੁਣਦੇ ਨੇ, ਰੱਬੀ ਧੁਨ ਸੁਣਦੇ ਨੇ, ਉਹ ਰੋਜ਼ਾਨਾ ਹੀ ਮਰਦੇ ਨੇ। ਪਰ ਮਰਨਾ ਜਿਹੜਾ ਹੈਗਾ, ਜਿੰਨਾ ਚਿਰ ਤੱਕ ਸਾਡਾ ਸਰੀਰ ਹੈ ਉਨਾ ਚਿਰ ਤੱਕ, ਜਿੰਨਾ ਚਿਰ ਤੱਕ ਅਸੀਂ ਜਿਉਂਦੇ ਜੀ ਨਹੀਂ ਨਾ ਮਰਦੇ, ਉਹਨਾਂ ਚਿਰ ਤੱਕ ਸਾਨੂੰ ਮੌਤ ਦੇ ਬਾਰੇ ਮੌਤ ਦੀ ਅਸਲੀਅਤ ਦਾ ਨਹੀਂ ਪਤਾ ਲੱਗਦਾ। ਇੱਕ ਵਾਰ ਇੱਕ ਤੋਤਾ, ਕੋਈ ਵਪਾਰੀ ਗਿਆ ਜੰਗਲ 'ਚੋਂ ਲੰਘ ਰਿਹਾ ਸੀ, ਉਹਨੇ ਇੱਕ ਤੋਤਾ ਫੜ ਲਿਆ, ਤੋਤਾ ਫੜ ਕੇ ਉਹ ਆਪਣੇ ਘਰ ਲੈ ਆਇਆ, ਉਹਨੂੰ ਪਿੰਜਰੇ 'ਚ ਕਰਤਾ ਬੰਦ, ਪੰਜੀਰੀ ਖਵਾਇਆ ਕਰੇ, ਬਦਾਮ ਦਿਆ ਕਰੇ। ਸੇਠ ਸੀਗਾ, ਉਹਨੂੰ ਹਿੰਦੀ ਪੰਜਾਬੀ ਉਰਦੂ ਵੀ ਸਿਖਾਤੀ। ਤੋਤਾ ਬੜਾ ਖੁਸ਼।
ਸਾਲ ਕੁ ਤੋਂ ਬਾਅਦ ਸੇਠ ਨੇ ਉਧਰ ਨੂੰ ਫੇਰ ਜਾਣਾ ਸੀਗਾ। ਉਹ ਤੋਤੇ ਨੂੰ ਕਹਿੰਦਾ, ਸਿੰਬੋਲਿਕ ਬਣਾਈ ਵੀ ਹੈ ਗੱਲ ਤਾਂ, ਉਹ ਤੋਤੇ ਨੂੰ ਕਹਿੰਦਾ ਵੀ ਤੋਤਾ ਸਾਹਿਬ ਮੈਂ ਉਸ ਦੇ ਜੰਗਲ 'ਚ ਦੀ ਨਿਕਲਾਂ ਜਿੱਥੇ ਤੇਰੇ ਸਾਥੀ, ਜਿੱਥੋਂ ਤੈਨੂੰ ਮੈਂ ਫੜ ਕੇ ਲਿਆਇਆ ਸੀਗਾ, ਤੂੰ ਕੋਈ ਸੁਨੇਹਾ ਦੇਣਾ ਆਪਣੇ ਫਰੈਂਡਸ ਨੂੰ? ਉਹ ਕਹਿੰਦਾ ਹਾਂਜੀ, ਇੱਕ ਸੁਨੇਹਾ ਦੇਈਓ ਕਿ ਮੈਂ ਆਪਣੇ ਪਿੰਜਰੇ 'ਚ ਵੀ ਇਹ ਸਰੀਰ ਦੇ ਵਿੱਚ ਬਹੁਤ ਖੁਸ਼ ਹਾਂ। ਸੇਠ ਮੈਨੂੰ ਕਾਜੂ ਵੀ ਦਿੰਦਾ, ਬਦਾਮ ਵੀ ਦਿੰਦਾ, ਚੂਰੀ ਵੀ ਦਿੰਦਾ, ਮੈਂ ਹਿੰਦੀ ਪੰਜਾਬੀ ਉਰਦੂ ਵੀ ਸਿੱਖ ਲਿਆ, ਪਰ ਹਾਂ ਮੈਂ ਆਪਣੇ ਪਿੰਜਰੇ 'ਚ ਮੈਂ ਖੁਸ਼ ਬਹੁਤ ਹਾਂ। ਜਦੋਂ ਸੇਠ ਗਿਆ ਉਹ ਜੰਗਲ ਦੇ ਵਿੱਚ, ਉਹਨੇ ਸੁਨੇਹਾ ਦਿੱਤਾ ਤੇ ਸੁਨੇਹਾ ਉਹਨਾਂ ਦਾ ਸੁਣ ਲਿਆ ਤੋਤਿਆਂ ਨੇ, ਤੇ ਸੇਠ ਕਹਿੰਦਾ ਹੁਣ ਮੈਂ ਵਾਪਸ ਜਾਣਾ ਆਪਣੇ ਘਰ, ਤੁਸੀਂ ਵੀ ਕੁਛ ਉਸ ਤੋਤੇ ਨੂੰ ਸੁਨੇਹਾ ਦੇਣਾ। ਤੇ ਜਦੋਂ ਉਹਨਾਂ ਨੇ ਕਿਹਾ ਵੀ ਕੋਈ ਸੁਨੇਹਾ ਦੇਣਾ, ਇੱਕ ਬਜ਼ੁਰਗ ਜਿਹਾ ਤੋਤਾ ਦਰਖਤ ਤੋਂ ਥੱਲੇ ਡਿੱਗ ਪਿਆ। ਤੇ ਉਹ ਸੇਠ ਨੇ ਸੋਚਿਆ ਵੀ ਮਰ ਗਿਆ, ਵੀ ਉਹਨੂੰ ਬੜਾ ਦੁੱਖ ਹੋਇਆ ਕਿ ਮੇਰਾ ਤੋਤਾ, ਸਾਡਾ ਸਾਥੀ ਸਾਥੋਂ ਵਿਛੜ ਕੇ ਸੇਠ ਦੇ ਨਾਲ ਹੈ, ਉਹਨੂੰ ਦੁੱਖ ਹੋਇਆ। ਜਦੋਂ ਸੇਠ ਵਾਪਸ ਆਇਆ ਤੇ ਤੋਤਾ ਕਹਿੰਦਾ ਕੋਈ ਮੇਰਾ ਸੁਨੇਹਾ ਦਿੱਤਾ ਜੀ? ਕਹਿੰਦਾ ਹਾਂ ਤੇਰਾ ਸੁਨੇਹਾ ਦਿੱਤਾ ਜੀ। ਕਹਿੰਦਾ ਉਹਨਾਂ ਨੇ ਵੀ ਦਿੱਤਾ? ਕਹਿੰਦਾ ਹਾਂ। ਕਹਿੰਦਾ ਯਾਰ ਤੋਤੇ ਨੂੰ ਕਹਿੰਦਾ ਇੱਕ ਮਾੜੀ ਗੱਲ ਹੋਈ, ਜਦੋਂ ਮੈਂ ਤੇਰਾ ਸੁਨੇਹਾ ਦਿੱਤਾ ਨਾ ਤਾਂ ਉੱਪਰਲਾ ਜਿਹੜਾ ਇੱਕ ਬਜ਼ੁਰਗ ਜਿਹਾ ਤੋਤਾ ਬੈਠਾ ਸੀ, ਉਹ ਦਰਖਤ ਤੋਂ ਡਿੱਗ ਕੇ ਗੱਲ ਸੁਣ ਕੇ ਬੇਹੋਸ਼ ਮਰ ਗਿਆ। ਕਹਿੰਦਾ ਅੱਛਾ? ਜਦੋਂ ਉਹਨੇ ਕਿਹਾ ਅੱਛਾ, ਉਹ ਤੋਤਾ ਵੀ ਪਿੰਜਰੇ 'ਚ ਡਿੱਗ ਪਿਆ। ਜਦੋਂ ਪਿੰਜਰੇ 'ਚ ਡਿੱਗਿਆ, ਸੇਠ ਨੇ ਕਿਹਾ ਓਹੋ ਇਹ ਤਾਂ ਬਹੁਤ ਮਾੜੀ, ਉਹ ਮਰ ਗਿਆ, ਇੱਕ ਆ ਮਰ ਗਿਆ, ਮੈਨੂੰ ਕਾਹਨੂੰ ਦੱਸਣ ਦੀ ਲੋੜ ਸੀ। ਉਹਨੇ ਪਿੰਜਰਾ ਨੂੰ ਕਿਹਾ ਮਾਰੀ ਗਿਆ, ਪਿੰਜਰੇ ਦਾ ਉਹਨੇ ਦਰਵਾਜ਼ਾ ਖੋਲਤਾ। ਜਦੋਂ ਪਿੰਜਰੇ ਦਾ ਦਰਵਾਜ਼ਾ ਖੋਲਿਆ, ਤੋਤਾ ਉੱਡ ਕੇ ਦਰਖਤ ਤੇ ਬਹਿ ਗਿਆ। ਉਹ ਕਹਿੰਦਾ ਤੂੰ ਮਰਿਆ ਨਹੀਂ ਸੀ? ਕਹਿੰਦਾ ਨਹੀਂ, ਮੈਨੂੰ ਆਹੀ ਸੁਨੇਹਾ ਦਿੱਤਾ ਸੀ ਵੀ ਜੇ ਤੂੰ ਪਿੰਜਰੇ ਤੋਂ ਆਜ਼ਾਦ ਹੋਣਾ ਨਾ ਤਾਂ ਤੈਨੂੰ ਮਰਨਾ ਪਊ ਜਿਉਂਦੇ ਜੀ। ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਵਿੱਚ ਜਦੋਂ ਅਸੀਂ ਮਿਹਨਤ ਕਰਕੇ, ਭਜਨ ਸਿਮਰਨ ਕਰਕੇ, ਚੌਂਕੜੀ ਮਾਰ ਕੇ ਦਿਨ ਰਾਤ ਮਿਹਨਤ ਕਰਦੇ ਹਾਂ ਨਾ, ਤਾਂ ਫਿਰ ਜਿਹੜੀ ਹੈਗੀ ਉਹ ਸਾਨੂੰ ਮੌਤ ਆਊਗੀ। ਸਿਰਫ ਬਾਬਿਆਂ ਦੇ ਮਗਰ ਚੱਕਰ ਕੱਟ ਕੇ, ਧਾਰਮਿਕ ਪੁਸਤਕਾਂ ਪੜ੍ਹ ਕੇ, ਧਾਰਮਿਕ ਸਥਾਨਾਂ ਤੇ ਜਾ ਕੇ, ਡੇਰਿਆਂ ਦੇ ਬਾਬਿਆਂ ਦੇ ਚੱਕਰ ਕੱਟਣ ਨਾਲ ਥੋੜਾ ਮੋਟਾ ਫਾਇਦਾ ਹੋ ਜੂ ਟੈਂਪਰੇਰੀ ਉਸ ਸਮੇਂ ਲਈ, ਪਰ ਪੱਕਾ ਫਾਇਦਾ ਨਹੀਂ ਹੁੰਦਾ। ਪੱਕਾ ਫਾਇਦਾ ਉਦੋਂ ਹੀ ਹੈ ਜਦੋਂ ਅਸੀਂ ਉਹਨੂੰ ਪ੍ਰੈਕਟੀਕਲ ਸ਼ੇਪ ਦੇਵਾਂਗੇ, ਜਦੋਂ ਅਸੀਂ ਉਹਦੇ ਉੱਤੇ ਅਮਲ ਕਰਾਂਗੇ। ਜਿੰਨਾ ਚਿਰ ਤੱਕ ਅਮਲ ਨਹੀਂ ਨਾ ਕਰਦੇ, ਜਿੰਨੀਆਂ ਮਰਜ਼ੀ ਪੁਸਤਕਾਂ ਪੜ੍ਹ ਲਓ, ਜਿਵੇਂ ਕਬੀਰ ਸਾਹਿਬ ਤੇ ਸਰਬਜੀਤ ਦੀ ਕਹਾਣੀ ਇਤਿਹਾਸ ਦੇ ਵਿੱਚ ਆਉਂਦੀ ਹੈ। ਸਰਬਜੀਤ ਨੂੰ ਵੇਦਾਂ ਦਾ ਬਹੁਤ ਵੱਡਾ ਗਿਆਨ ਸੀਗਾ, ਤੇ ਜਦ ਉਹ ਲੋਕਾਂ ਨਾਲ ਬਹਿਸ ਕਰਦਾ ਸੀ ਵੀ ਆਹ ਸ਼ਲੋਕ ਦੇ ਅਰਥ ਦੱਸੋ, ਉਹ ਦੱਸੋ ਉਹਨੂੰ, ਕਿਉਂਕਿ ਗਿਆਨ ਪੂਰਾ ਸੀ, ਲੋਕ ਹਾਰ ਜਾਂਦੇ ਸੀਗੇ। ਉਹ ਇੱਕ ਵਾਰ ਆਪਣੀ ਮਾਂ ਕੋਲੇ ਆਇਆ, ਸਾਰੇ ਪੰਡਤਾਂ ਨੂੰ ਹਰਾ ਕੇ, ਤੇ ਮਾਂ ਨੇ ਕਿਹਾ ਵੀ ਤੂੰ ਇਹ ਸ਼ੇਖੀ, ਮਤਲਬ ਤੂੰ ਕਹਿੰਦਾ ਮੈਂ ਸਾਰਿਆਂ ਨੂੰ ਹਰਾਇਆ, ਸਵਾਦ ਤਾਂ ਜੇ ਤੂੰ ਕਬੀਰ ਸਾਹਿਬ ਨੂੰ ਹਰਾਵੇਂ। ਉਹ ਕਹਿੰਦਾ ਕਬੀਰ? ਉਹ ਜਲਾਹਾ, ਉਹ ਤਾਂ ਅਨਪੜ੍ਹ ਹੈ। ਕਹਿੰਦਾ ਮੈਂ ਕੋਈ ਨਹੀਂ ਮਾਂ, ਹੁਣੀ ਗਿਆ, ਮੈਂ ਉਹਨੂੰ ਹਰਾਇਆ ਉਹਨੇ, ਜੇ ਤੂੰ ਇਸ ਗੱਲ ਤੇ ਖੁਸ਼ ਹੈ। ਉਹ ਕਬੀਰ ਸਾਹਿਬ ਕੋਲੇ ਗਿਆ, ਕਬੀਰ ਸਾਹਿਬ ਪੁੰਜੇ ਆਪਣੇ ਚੇਲਿਆਂ ਕੋਲੇ ਬੈਠੇ ਸੀਗੇ। ਉਹਨੂੰ ਕਹਿੰਦੇ ਕਬੀਰ ਆਪਣਾ ਗੱਡਾ ਭਰ ਕੇ ਵੇਦਾਂ ਦਾ, ਪੁਰਾਣ ਦਾ, ਧਾਰਮਿਕ ਪੁਸਤਕਾਂ ਦਾ ਲੈ ਗਿਆ। ਕਹਿੰਦਾ ਮੈਂ ਤੇਰੇ ਨਾਲ ਬਹਿਸ ਕਰਨਾ, ਇੱਕ ਸ਼ਲੋਕ ਮੈਂ ਪੜੂੰਗਾ, ਤੂੰ ਅਰਥ ਦੱਸੀ, ਇੱਕ ਤੂੰ ਪੜ੍ਹ, ਮੈਂ ਦੱਸੂੰਗਾ, ਦੇਖਦੇ ਹਾਂ ਕੌਣ ਜਿੱਤੂਗਾ। ਕਬੀਰ ਸਾਹਿਬ ਕਹਿੰਦੇ ਦੇਖ ਭਰਾਵਾ, ਮੈਂ ਤਾਂ ਪੜ੍ਹਿਆ ਨਹੀਂ, ਮੈਂ ਕੋਈ ਸਕੂਲ ਨਹੀਂ ਗਿਆ, ਤੂੰ ਬਹਿਸ ਕਾਹਦੇ ਲਈ ਕਰਨਾ ਵੀ ਅਰਥ ਦੱਸੂ, ਮੈਂ ਪਹਿਲਾਂ ਹੀ ਲਿਖ ਕੇ ਦੇਣਾ ਵੀ ਮੈਂ ਹਾਰ ਗਿਆ। ਉਹ ਖੁਸ਼ ਹੋ ਗਿਆ ਵੀ ਮਾਂ ਇਹ ਤਾਂ ਬੜੀ ਛੇਤੀ ਹਾਰ ਮੰਨ ਲਈ। ਉਹ ਕਹਿੰਦਾ ਮਾਂ ਨੇ ਨਹੀਂ ਮੰਨਣਾ ਵੀ ਕਬੀਰ ਸਾਹਿਬ ਹਾਰ ਗਏ, ਕਹਿੰਦਾ ਲਿਖ ਕੇ ਦਿਓ। ਉਹ ਕਹਿੰਦਾ ਲਿਖ ਦਿੰਦੇ ਆ। ਕਹਿੰਦਾ ਪਰ ਮੈਨੂੰ ਲਿਖਣਾ ਨਹੀਂ ਹੁੰਦਾ। ਕਬੀਰ ਸਾਹਿਬ ਨੇ ਕਿਹਾ ਤੂੰ ਆਪ ਹੀ ਲਿਖ ਲੈ। ਉਹਨੇ ਲਿਖ ਲਿਆ ਵੀ ਕਬੀਰ, ਮੈਂ ਕਬੀਰ ਹਾਰ ਗਿਆ ਤੇ ਸਰਬਜੀਤ ਜਿੱਤ ਗਿਆ। ਉਹਨੂੰ ਕਬੀਰ ਸਾਹਿਬ ਨੂੰ ਕਹਿੰਦੇ ਅੰਗੂਠਾ ਲਾ ਦਿਓ। ਉਹ ਜਦੋਂ ਅੰਗੂਠਾ ਲਾਇਆ, ਕਬੀਰ ਸਾਹਿਬ ਕਹਿੰਦੇ ਪੜ੍ਹ ਲੈ, ਠੀਕ ਵੀ ਲਿਖਿਆ। ਜਦੋਂ ਦੇਖਿਆ ਉਲਟ ਹੋ ਗਿਆ, ਮੈਂ ਸਰਬਜੀਤ ਹਾਰ ਗਿਆ, ਕਬੀਰ ਜਿੱਤ ਗਿਆ। ਉਹ ਕਹਿੰਦਾ ਓਹੋ ਮੈਂ ਤਾਂ ਗਲਤ ਲਿਖ ਦਿਆ। ਕਹਿੰਦੇ 70 ਵਾਰ ਲਿਖਿਆ, ਹਰ ਵਾਰੀ ਇਹੀ ਹੋਇਆ ਕਰੇ। ਫਿਰ ਉਹਨੂੰ ਪਤਾ ਲੱਗਿਆ ਵੀ ਕਬੀਰ ਸਾਹਿਬ ਜਿਹੜੇ ਨੇ ਉੱਚ ਕੋਟੀ ਦੇ ਮਹਾਤਮਾ ਨੇ, ਸੋ ਉਹਨਾਂ ਦੇ ਪੈਰਾਂ 'ਚ ਡਿੱਗ ਪਿਆ ਤੇ ਉਹਨੂੰ ਆਪਣਾ ਕਬੀਰ ਸਾਹਿਬ ਨੂੰ ਗੁਰੂ ਬਣਾ ਲਿਆ। ਜਦੋਂ ਮਾਂ ਕੋਲੇ ਆਇਆ ਉਹਦਾ ਹੰਕਾਰ ਢੇਰੀ ਹੋ ਚੁੱਕਿਆ ਸੀ। ਨੀਵੀਂ ਜੀ ਪਾ ਕੇ ਮਾਂ ਕੋਲੇ ਆਇਆ, ਦਰਵਾਜ਼ਾ ਖੜਕਾਇਆ, ਮਾਂ ਹਾਰ ਲੈ ਕੇ ਆ ਗਈ। ਉਹ ਕਹਿੰਦਾ ਮਾਂ ਤੂੰ ਹਾਰ ਲੈ ਕੇ ਆਈ? ਅੱਜ ਤਾਂ ਮੈਂ ਹਾਰਿਆ, ਤੂੰ ਅੱਜ ਕਾਹਦੇ ਲਈ ਹਾਰ ਲੈ ਕੇ ਆਈ ਮੇਰੇ ਗੱਲ 'ਚ ਪਾਉਣ ਲਈ? ਕਹਿੰਦੀ ਅੱਜ ਮੈਂ ਹਾਰ ਇਸ ਕਰਕੇ ਲੈ ਕੇ ਆਈ ਹਾਂ ਵੀ ਤੇਰਾ ਹੰਕਾਰ ਹਾਰਿਆ ਪਰ ਤੇਰੀ ਆਤਮਾ ਜਿੱਤ ਗਈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿੰਨਾ ਚਿਰ ਤੱਕ ਅਸੀਂ ਪੜ੍ਹ ਕੇ ਪੰਡਤ ਔਰਾਂ ਸਮਝਾਏ ਘਰ ਜਲਦੇ ਕੀ ਖਬਰ ਨਾ ਪਾਏ, ਜਿੰਨਾ ਚਿਰ ਤੱਕ ਅਸੀਂ ਪੜ੍ਹ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਦਾ ਕੋਈ ਫਾਇਦਾ ਨਹੀਂ। ਫਾਇਦਾ ਉਦੋਂ ਹੀ ਹੈ ਜਦੋਂ ਤੁਸੀਂ when you go within, when you open your third eye, when you know yourself, know thyself, ਜਿਵੇਂ ਸੋਕਰੇਟਸ ਦੀ। ਜਿੰਨਾ ਚਿਰ ਤੱਕ ਪ੍ਰੈਕਟੀਕਲ ਤੁਸੀਂ ਅੰਦਰ ਨਹੀਂ ਆਉਂਦੇ ਨਾ, ਉਹਨਾਂ ਚਿਰ ਸੁਣੀਆਂ ਸੁਣਾਈਆਂ ਗੱਲਾਂ ਨੇ ਤੁਹਾਡਾ ਯਕੀਨ ਪੱਕਾ ਨਹੀਂ ਹੋ ਸਕਦਾ। ਜਿਸ ਤਰ੍ਹਾਂ ਇੱਕ ਵਾਰ ਕੋਈ ਕਿਸ਼ਤੀ ਚਾਲਕ ਸੀਗਾ, ਉਹ ਇੱਕ ਪਿੰਡ ਤੋਂ ਦੂਜੇ ਪਿੰਡ 'ਚ ਆਪਣੇ ਪਾਣੀ ਵਿੱਚ ਦੀ ਕਿਸ਼ਤੀ ਲਿਜਾਂਦਾ, ਚੱਪੂ ਚਲਾ ਕੇ। ਕੋਈ ਪੰਡਤ ਜੀ ਬੈਠ ਗਏ। ਪੰਡਤ ਜੀ ਕਹਿੰਦੇ ਭਰਾਵਾ ਤੈਨੇ ਕਦੇ ਕੀ ਨਾਂ ਹੈ? ਕਹਿੰਦਾ ਜੀ ਮੇਰਾ ਨਾਂ ਫਲਾਣਾ ਰਾਮ। ਉਹ ਕਹਿੰਦਾ ਅੱਛਾ ਤੂੰ ਹਿੰਦੂ ਹੁੰਨਾ? ਕਹਿੰਦਾ ਵੇਦ ਪੜ੍ਹੇ? ਕਹਿੰਦਾ ਨਾ ਜੀ। ਕਹਿੰਦਾ ਪੁਰਾਣ ਪੜ੍ਹੇ? ਕਹਿੰਦਾ ਨਾ ਜੀ। ਕਹਿੰਦਾ ਗੀਤਾ ਪੜ੍ਹੀ? ਕਹਿੰਦਾ ਨਾ ਜੀ। ਕਹਿੰਦਾ ਫੇਰ ਸਾਰੀ ਜ਼ਿੰਦਗੀ ਤੂੰ ਬਰਬਾਦ ਕਰ ਲਈ, ਥੋੜੀ ਤੇਰੀ ਉਮਰ ਰਹਿੰਦੀ ਹੈ, ਪੜ੍ਹਨਾ ਸੀਗਾ, ਤੈਨੂੰ ਪਤਾ ਲੱਗਦਾ ਭਵ ਸਾਗਰ 'ਚੋਂ ਕਿਵੇਂ ਪਾਰ ਹੋਣਾ।
ਤੇ ਉਹ ਕਿਸ਼ਤੀ ਵਾਲਾ ਕਹਿੰਦਾ ਪੰਡਿਤ ਜੀ, ਕਹਿੰਦੇ ਹਾਂ, ਕਹਿੰਦਾ ਤੁਹਾਨੂੰ ਤੈਰਨਾ ਆਉਂਦਾ? ਉਹ ਕਹਿੰਦਾ ਨਹੀਂ ਮੈਨੂੰ ਤੈਰਨ ਦੀ ਕੀ ਲੋੜ ਹੈ, ਮੈਂ ਭਵ ਸਾਗਰ ਨੂੰ ਪਾਰ ਕਰ ਸਕਾਂਗਾ। ਮੈਨੂੰ ਨਹੀਂ ਪਤਾ ਤੁਸੀਂ ਭਵ ਸਾਗਰ ਨੂੰ ਪਾਰ ਕਰੋਗੇ ਕਿ ਨਹੀਂ ਪੜੋਗੇ, ਭਵ ਸਾਗਰ ਨੂੰ ਪਾਰ ਕਰੋਗੇ ਕਿ ਨਹੀਂ ਕਰੋਗੇ, ਪਰ ਕਿਸ਼ਤੀ 'ਚ ਹੋ ਗਿਆ ਹੋਲ ਸ਼ੇਕ ਹੋ ਗਿਆ, ਇਹ ਕਿਸ਼ਤੀ 'ਚ ਪਾਣੀ ਭਰਨ ਲੱਗਿਆ, ਇਹ ਡੁੱਬੂਗੀ। ਜੇ ਤਾਂ ਤੈਰਨਾ ਆਉਂਦਾ ਤੈਰ ਲਓ, ਨਹੀਂ ਤਾਂ ਮੈਂ ਤਾਂ ਮਾਰਿਆ। ਉਹਨੇ ਮਾਰੀ ਛਾਲ ਕਿਸ਼ਤੀ ਵਾਲ ਨੂੰ, ਤਾਂ ਤੈਰ ਕੇ ਪਾਰ ਹੋ ਗਿਆ ਤੇ ਪੰਡਿਤ ਜੀ ਸੁੱਧੀਆਂ ਕਿਤਾਬਾਂ ਦੇ ਨਾਲ ਵਿੱਚ ਹੀ ਡੁੱਬ ਗਏ। ਸੋ ਕਹਿਣ ਦਾ ਮਤਲਬ ਕਿਤਾਬਾਂ ਪੜ੍ਹ ਕੇ ਨਹੀਂ ਹੁੰਦਾ ਜਿੰਨਾ ਚਿਰ ਤੱਕ ਅਸੀਂ ਪ੍ਰੈਕਟੀਕਲ ਤਜਰਬਾ ਨਹੀਂ ਕਰਦੇ। ਸੋ ਟਾਈਮ ਇਹਦਾ ਥੋੜ੍ਹਾ ਹੀ ਹੈ। ਸੋ ਇਹਦੇ ਵਿੱਚ ਕੋਸ਼ਿਸ਼ ਕਰੀਏ ਕਿ ਮੌਤ ਜ਼ਰੂਰ ਆਉਣੀ ਹੈ, ਅਵਸ਼ ਆਉਣੀ ਹੈ, ਚੰਗੀ ਮੌਤ ਮਰੀਏ। ਉਹਦੇ ਲਈ ਸਾਨੂੰ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰਨ ਦੀ ਲੋੜ ਹੈ। ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ, ਮੌਤ ਆਉਂਦੀ ਹੈ, ਉਹ ਆਸਾਨੀ ਨਾਲ ਆ ਜਾਂਦੀ ਹੈ। ਤੇ ਜਦੋਂ ਅਸੀਂ ਪੁੱਠੇ ਸਿੱਧੇ ਕਰਮ ਕਰਦੇ ਹਾਂ, ਲੋਕ ਭਾਵੇਂ ਫੁੱਲ ਤੁਹਾਡੇ ਹੱਥ ਜੋੜਦੇ ਨੇ, ਆਤਮਾ ਦੀ ਸ਼ਾਂਤੀ ਪਾਉਂਦੇ ਨੇ, ਪਰ ਲੋਕਾਂ ਨੂੰ ਪਤਾ ਹੁੰਦਾ ਵੀ ਇਹ ਕਿੱਡਾ ਵੱਡਾ ਠੱਗ ਹੈ, ਵਿਗੜਿਆ। ਤੁਸੀਂ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ, ਪਰ ਰੱਬ ਨੂੰ ਤਾਂ ਨਹੀਂ ਮੂਰਖ ਬਣਾ ਸਕਦੇ। ਸੋ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਮੌਤ ਵੀ ਆਸਾਨੀ ਨਾਲ ਆਵੇ, ਤੇ ਜਿੱਥੇ ਤੁਸੀਂ ਜਾਓ, ਜਿੱਥੋਂ ਮੌਤ ਆਤਮਾ ਆਈ ਹੈ, ਉਹਦੇ ਨਾਲ ਵਾਪਸ ਮਿਲਾਪ ਹੋ ਜੇ। ਤੇ ਜਿਸ ਤਰ੍ਹਾਂ ਜਦੋਂ ਮਾਲੋ ਮਾਲ ਹੋ ਜਾਓ, ਜਦੋਂ ਮਿਲਾਪ ਹੋਊਗੀ, ਤੁਸੀਂ ਪਰਮਾਤਮਾ ਖੁਦ ਬਣ ਜਾਓਗੇ। ਵੀ ਆਰ ਦਾ ਪੋਟੈਂਸ਼ੀਅਲ ਗੋਡ। ਆਤਮਾ ਜਿਹੜੀ ਹੈ ਨਾ, ਆਤਮ ਅੰਸ਼ ਰਾਮ ਦੀ, ਜਿਵੇਂ ਪਹਿਲਾਂ ਕਿਹਾ ਸੀ, ਅਸੀਂ ਤਾਂ ਪਰਮਾਤਮਾ ਦੇ ਬੱਚੇ ਹਾਂ, ਪਰਮਾਤਮਾ ਦੀ ਅੰਸ਼ ਹਾਂ। ਜੇ ਅਸੀਂ ਉਸ ਨੂੰ ਪਹਿਚਾਨ ਲਿਆ, ਅਸੀਂ ਪਰਮਾਤਮਾ ਦੇ ਲੀਨ ਹੋ ਜਾਵਾਂਗੇ, ਨਹੀਂ ਤਾਂ ਫਿਰ 84 ਲੱਖ ਚੱਕਰ ਕੱਟੀ ਜਾਵਾਂਗੇ। ਸੋ ਸੁਣੋ ਅਖੀਰਲਾ ਗਾਣਾ, ਤੇ ਮੌਤ ਦੇ ਬਾਰੇ ਹੀ ਹੈ। ਤੇ ਨੈਕਸਟ ਵੀਕ ਆਪਾਂ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ। ਜੇ ਕੋਈ ਵੱਧ ਘੱਟ ਕੇ ਆ ਗਿਆ, ਉਹਦੇ ਲਈ ਸੌਰੀ ਫॉर दैट। ਸੋ ਸੁਣੋ ਲਾਸਟ ਗੀਤ।